ਹੈਲੋ ਫਰੈਂਡਸ, ਵੈਲਕਮ ਟੂ ਇਨ ਹਾਈ-ਫਾਈ ਜੀਕੇ ਗੁਰੂ ਜੀ YouTube ਚੈਨਲ। ਤੁਸੀਂ ਮੇਰੇ ਨਾਲ ਕਵਰ ਕਰ ਰਹੇ ਹੋ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਆਲ ਕਲਾਸਿਸ ਦੀ ਜਿਹੜੀ ਹਿਸਟਰੀ। ਇੱਥੇ ਮੈਂ ਤੁਹਾਨੂੰ 6 ਤੋਂ ਲੈ ਕੇ +2 ਕਲਾਸ ਤੱਕ ਦੀ ਜਿਹੜੀ ਹਿਸਟਰੀ ਕਵਰ ਕਰਵਾ ਰਹੀ ਹਾਂ, ਜਿਹਦੇ ਵਿੱਚ 10th ਕਲਾਸ ਤੱਕ ਆਪਾਂ ਬਿਲਕੁਲ ਕੰਪਲੀਟ ਕਰ ਚੁੱਕੇ ਹਾਂ ਐਂਡ ਆਪਾਂ +1 ਕਲਾਸ 'ਤੇ ਪਹੁੰਚ ਚੁੱਕੇ ਹਾਂ। ਠੀਕ ਹੈ, +1 ਕਲਾਸ ਦਾ ਆਪਾਂ ਅੱਜ ਹਿਸਟਰੀ ਦਾ 3rd ਟੋਪਿਕ ਕਵਰ ਕਰਨਾ ਵਾ। ਇਹਦੇ ਵਿੱਚ ਜਿੰਨੇ ਵੀ ਇੰਪੋਰਟੈਂਟ ਫੈਕਟ ਬਣਦੇ ਨੇ ਲੈਸਨ ਦੇ ਵਿੱਚੋਂ, ਉਹਨਾਂ ਸਾਰਿਆਂ ਨਾਲ ਰਿਲੇਟਡ ਮੈਂ ਤੁਹਾਨੂੰ ਜਿਹੜੇ ਹੈਗੇ ਕੁਐਸਚਨ ਬਣਾ ਕੇ ਕੁਐਸਚਨ ਸੀਰੀਜ਼ ਦੇ ਰੂਪ ਵਿੱਚ ਇਹਨਾਂ ਨੂੰ ਪੜ੍ਹਾ ਰਹੀ ਹਾਂ। ਠੀਕ ਹੈ, ਅਤੇ ਐਗਜ਼ਾਮ ਦੇ ਵਿੱਚ ਜਦੋਂ ਵੀ ਤੁਹਾਨੂੰ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀਆਂ ਬੁੱਕਸ ਵਿੱਚੋਂ ਕੋਈ ਵੀ ਕੁਐਸਚਨ ਪੁੱਛਿਆ ਤਾਂ ਜਾਂਦਾ ਵਾ। ਠੀਕ ਹੈ, ਕਿਉਂਕਿ ਡਾਇਰੈਕਟਲੀ ਜਾਂ ਇਨਡਾਇਰੈਕਟਲੀ ਉਹਨਾਂ ਬੁੱਕਸ ਦੇ ਵਿੱਚੋਂ ਹੀ ਉਹਨਾਂ ਨੇ ਕੀ ਆ ਪੁੱਛਣਾ ਤਾਂ ਹੁੰਦਾ ਹੀ ਆ, ਅਤੇ ਤੁਹਾਡਾ ਇੱਕ ਵੀ ਕੁਐਸਚਨ ਆ ਜਿਹੜਾ ਉਹਦੇ ਵਿੱਚੋਂ ਬਾਹਰ ਨਹੀਂ ਜਾਊਗਾ। ਠੀਕ ਹੈ, ਕਿਉਂਕਿ ਮੈਂ ਕੋਈ ਵੀ ਕੁਐਸਚਨ ਇਹਦੇ ਵਿੱਚੋਂ ਸਕਿਪ ਨਹੀਂ ਕੀਤਾ, ਟੂ ਦਾ ਪੁਆਇੰਟ ਸਾਰੇ ਕੁਐਸਚਨ ਤੁਹਾਨੂੰ ਕਵਰ ਕਰਵਾਏ ਆ। ਐਂਡ ਜਿਵੇਂ ਹੀ ਮੇਰੀ ਜਿਹੜੀ ਹੈਗੀ ਇੱਥੇ ਵੀਡੀਓਜ਼ ਪੂਰੀਆਂ ਹੋ ਜਾਣਗੀਆਂ, ਅਸੀਂ ਆਪਣੇ ਜਿਹੜੇ ਨੋਟਸ ਨੇ ਇਹਨਾਂ ਸਾਰਿਆਂ ਨੂੰ ਮਿਲਾ ਕੇ ਇੱਕ ਬੁੱਕ ਤਿਆਰ ਕਰਵਾ ਰਹੇ ਹਾਂ। ਤੁਸੀਂ ਉਹ ਬੁੱਕ ਆ ਜਿਹੜੀ ਮਾਰਕੀਟ 'ਚੋਂ ਉਹਨੂੰ ਬਾਏ ਕਰਕੇ, ਠੀਕ ਹੈ, ਜਾਂ ਸਾਡਾ ਇੱਥੇ ਜਿਹੜਾ ਹੈਗਾ ਨੰਬਰ ਦਿੱਤਾ ਹੋਇਆ ਵਾ ਅਬਾਊਟ ਦੇ ਵਿੱਚ ਜਾ ਕੇ ਉਸ ਨੰਬਰ 'ਤੇ ਤੁਸੀਂ ਸਾਨੂੰ WhatsApp ਮੈਸੇਜ ਕਰਕੇ ਬੁੱਕ ਲਈ ਜਿਹੜਾ ਹੈਗਾ ਬੁਕਿੰਗ ਕਰਵਾ ਸਕਦੇ ਹੋ, ਅਤੇ ਉਹ ਬੁੱਕ ਦੇ ਵਿੱਚੋਂ ਤੁਸੀਂ ਆਪਣੇ ਪੇਪਰ ਦੀ ਵਧੀਆ ਤਿਆਰੀ ਕਰ ਸਕਦੇ ਹੋ। ਅਦਰਵਾਈਜ਼ ਤੁਸੀਂ ਜਿਹੜਾ ਹੈਗਾ ਚੈਨਲ ਦੇ ਨਾਲ ਵੀ ਆਪਣੇ ਪੇਪਰ ਦੀ ਵਧੀਆ ਤਿਆਰੀ ਕਰ ਸਕਦੇ ਹੋ। ਤਾਂ ਆਓ ਅੱਜ ਦੀ ਇਸ ਵੀਡੀਓ ਨੂੰ ਸ਼ੁਰੂ ਕਰੀਏ। ਸਭ ਤੋਂ ਪਹਿਲਾਂ ਹੈਗਾ ਜੈਨ ਮਤ ਅਤੇ ਬੁੱਧ ਮਤ। ਠੀਕ ਹੈ, ਦੇਖੋ 6ਵੀਂ ਸਦੀ ਦੇ ਵਿੱਚ ਕੀ ਹੋਇਆ ਸੀ ਕਿ ਭਾਰਤ ਵਿੱਚ ਜਿਹੜਾ ਹਿੰਦੂ ਸਮਾਜ ਸੀਗਾ, ਹਿੰਦੂ ਧਰਮ ਸੀਗਾ, ਠੀਕ ਆ, ਉਹਦੇ ਵਿੱਚ ਬਹੁਤ ਹੀ ਜ਼ਿਆਦਾ ਅੰਧ ਵਿਸ਼ਵਾਸ ਫੈਲ ਗਏ ਸੀਗੇ, ਕਰਮਕਾਂਡ ਹੋਣ ਲੱਗ ਗਏ ਸੀਗੇ, ਇਹ ਚੀਜ਼ਾਂ ਪ੍ਰਚਲਿਤ ਹੋ ਗਈਆਂ ਸੀ, ਰੀਤੀ ਰਿਵਾਜ ਇੰਨੇ ਜ਼ਿਆਦਾ ਹੋ ਗਏ ਸੀ ਉਸ ਧਰਮ ਦੇ ਵਿੱਚ ਕਿ ਲੋਕ ਜਿਹੜੇ ਪਰੇਸ਼ਾਨ ਹੋ ਗਏ ਸੀ, ਤੰਗ ਹੋ ਗਏ ਸੀਗੇ, ਜਿਹਦੇ ਨਾਲ ਕੀ ਸੀ ਵੀ ਸਾਡੇ ਸਮਾਜ ਵਿੱਚ ਬਹੁਤ ਸਾਰੇ ਨਵੇਂ ਧਰਮਾਂ ਦੀ ਉਤਪੱਤੀ ਹੋਈ ਸੀ, ਅਤੇ ਉਹਦੇ ਵਿੱਚੋਂ ਹੀ ਫਿਰ ਉਸ ਟਾਈਮ ਦੇ ਵਿੱਚ ਜੈਨ ਧਰਮ ਅਤੇ ਬੁੱਧ ਮਤ ਦੀ ਜਿਹੜੀ ਸੀਗੀ ਉਤਪੱਤੀ ਹੋ ਗਈ ਸੀਗੀ। ਜਦੋਂ ਲੋਕ ਹਿੰਦੂ ਧਰਮ ਤੋਂ ਯਾਨੀ ਕਿ ਪਰੇਸ਼ਾਨ ਹੋਏ ਸੀਗੇ, ਉਸ ਟਾਈਮ ਦੇ ਵਿੱਚ ਜਿਹੜਾ ਸੀਗਾ ਜੈਨ ਮਤ ਅਤੇ ਬੁੱਧ ਮਤ ਦੀ ਉਤਪੱਤੀ ਹੋ ਗਈ ਸੀਗੀ। ਹਿੰਦੂ ਧਰਮ ਜੇ ਦੇਖੋ ਆਪਾਂ ਜਿਵੇਂ ਕਹਿ ਦਈਏ ਵੀ ਹਿੰਦੂ ਧਰਮ ਵਿੱਚ ਕੀ ਕੁਰੀਤੀਆਂ ਫੈਲ ਗਈਆਂ ਸੀਗੀਆਂ, ਜਿਹੜਾ ਹਿੰਦੂ ਧਰਮ ਸੀਗਾ ਕਾਫੀ ਜਟਿਲ ਹੋ ਗਿਆ ਸੀਗਾ ਉਸ ਟਾਈਮ ਦੇ ਵਿੱਚ। ਇਹ ਜ਼ਰੂਰੀ ਆ ਕਿ ਆਪਾਂ ਜਿਹੜੀ ਆ ਉਹਦੀ ਬੈਕਗਰਾਊਂਡ ਜਾਣ ਲਈ ਕੀ ਆ। ਠੀਕ ਹੈ, ਹਿੰਦੂ ਧਰਮ ਜਟਿਲ ਹੋਇਆ ਸੀ, ਕਿਵੇਂ ਹੋਇਆ ਸੀ ਕਿ ਉਹਦੇ ਵਿੱਚ ਅੰਧ ਵਿਸ਼ਵਾਸ ਫੈਲ ਗਏ। ਠੀਕ ਹੈ, ਇਹ ਤੋਂ ਬਿਨਾਂ ਕਰਮਕਾਂਡਾਂ ਦਾ ਬੋਲਬਾਲਾ ਹੋ ਗਿਆ ਸੀਗਾ ਕਿ ਜਿਹੜਾ ਧਰਮ ਸੀਗਾ ਅਸਲ ਵਿੱਚ ਉਹ ਕੀ ਸੀ, ਇੱਕ ਦਿਖਾਵਾ ਬਣ ਕੇ ਰਹਿ ਗਿਆ ਸੀਗਾ। ਠੀਕ ਹੈ, ਉੱਤੇ ਵੱਧ ਤੋਂ ਵੱਧ ਪੈਸੇ ਖਰਚ ਕੀਤੇ ਜਾਂਦੇ ਸੀਗੇ, ਯੱਗ ਵਗੈਰਾ 'ਤੇ ਜਿਹੜੇ ਵੀ ਕਰਵਾਏ ਜਾਂਦੇ ਸੀ। ਫਿਰ ਜਿਹੜੇ ਵੈਦਿਕ ਗ੍ਰੰਥ ਹੁੰਦੇ ਸੀ ਉਹਨਾਂ ਦੀ ਜਿਹੜੀ ਵੀ ਫਿਲੋਸਫੀ ਹੁੰਦੀ ਸੀ ਆਮ ਲੋਕਾਂ ਦੀ ਸਮਝ ਤੋਂ ਬਾਹਰ ਹੋ ਗਈ ਸੀ, ਔਰ ਲੋਕ ਬਹੁਤ ਜ਼ਿਆਦਾ ਤੰਗ ਆ ਚੁੱਕੇ ਸੀਗੇ ਉਸ ਧਰਮ ਤੋਂ। ਦੂਜੇ ਨੰਬਰ 'ਤੇ ਧਰਮ ਬਹੁਤ ਖਰਚੀਲਾ ਹੋ ਗਿਆ ਸੀ। ਖਰਚੀਲਾ ਕਿਵੇਂ ਹੋ ਗਿਆ ਸੀ, ਜਿਹੜੀ ਹਿੰਦੂ ਧਰਮ ਦੀ ਸਾਦਗੀ ਸੀਗੀ, ਠੀਕ ਆ, ਉਹ ਬਿਲਕੁਲ ਖਤਮ ਹੋ ਚੁੱਕੀ ਸੀਗੀ। ਵੈਦਿਕ ਕਾਲ ਵਿੱਚ ਤਾਂ ਬਿਲਕੁਲ ਸਾਦਾ ਸੀਗਾ ਹਿੰਦੂ ਧਰਮ, ਬਟ ਜਿਵੇਂ ਜਿਵੇਂ ਉੱਤਰ ਵੈਦਿਕ ਕਾਲ ਤੋਂ ਬਾਅਦ ਦਾ ਸਮਾਂ ਆਉਂਦਾ ਗਿਆ ਤਾਂ ਜਿਹੜੇ ਯੱਗ ਸੀਗੇ ਉਹਨਾਂ 'ਤੇ ਜਾਂ ਬਲੀਆਂ 'ਤੇ ਜ਼ਿਆਦਾ ਜ਼ੋਰ ਦਿੱਤਾ ਜਾਣ ਲੱਗ ਗਿਆ। ਠੀਕ ਹੈ, ਬਹੁਤ ਜ਼ਿਆਦਾ ਖਰਚਾ ਆਉਣ ਲੱਗ ਗਿਆ। ਬ੍ਰਾਹਮਣ ਜਿਹੜੇ ਸੀਗੇ ਉਹਨਾਂ ਨੂੰ ਬਹੁਤ ਭਾਰੀ ਦਾਨ ਦੇਣਾ ਪੈਂਦਾ ਸੀਗਾ, ਲੋਕਾਂ ਨੂੰ ਯੱਗ ਕਰਾਉਣ ਦੇ ਲਈ ਕਾਫੀ ਪੈਸਾ ਖਰਚ ਹੋ ਜਾਂਦਾ ਸੀਗਾ। ਫਿਰ ਤੀਜੇ ਨੰਬਰ 'ਤੇ ਹਿੰਦੂ ਧਰਮ ਵਿੱਚ ਵੱਡੀ ਕਮੀ ਆਈ ਸੀ ਕਿ ਬ੍ਰਾਹਮਣਾਂ ਦਾ ਜਿਹੜਾ ਨੈਤਿਕ ਪਤਨ ਹੋਣ ਲੱਗ ਗਿਆ ਸੀ। ਉਹ ਕਿਵੇਂ ਹੋਣ ਲੱਗ ਗਿਆ ਸੀ ਕਿ ਉਹਨਾਂ ਦਾ ਜੀਵਨ ਪਹਿਲਾਂ ਪਵਿੱਤਰ ਅਤੇ ਆਦਰਸ਼ਪੂਰਨ ਹੁੰਦਾ ਸੀਗਾ, ਸਮੇਂ ਦੇ ਨਾਲ ਨਾਲ ਕੀ ਆ ਵੀ ਉਹਨਾਂ ਦਾ ਜਿਹੜਾ ਚਰਿੱਤਰ ਆ ਉਹ ਵੀ ਕੀ ਆ ਨੈਤਿਕ ਗੁਣ ਜਿਹੜੇ ਉਹਨਾਂ ਵਿੱਚ ਵੀ ਗਿਰਾਵਟ ਆਉਣੀ ਸ਼ੁਰੂ ਹੋ ਗਈ। ਉਹ ਹੁਣ ਕੀ ਸੀਗੇ, ਭ੍ਰਿਸ਼ਟਾਚਾਰੀ ਹੋ ਗਏ ਸੀ, ਲਾਲਚੀ ਹੋ ਗਏ ਸੀਗੇ, ਠੀਕ ਆ, ਧੋਖੇਬਾਜ਼ ਹੋ ਗਏ ਸੀਗੇ, ਅਤੇ ਉਹਨਾਂ ਦਾ ਆਦੇਸ਼ ਕੀ ਹੁੰਦਾ ਸੀਗਾ, ਧਰਮ ਦੇ ਨਾਂ 'ਤੇ ਲੋਕਾਂ ਨੂੰ ਲੁੱਟਣਾ ਹੋ ਗਿਆ ਸੀਗਾ। ਚੌਥੀ ਵੱਡੀ ਕਮੀ ਆਈ ਜਾਤੀ ਪ੍ਰਥਾ ਦੀ। ਠੀਕ ਹੈ, ਜਾਤੀ ਪ੍ਰਥਾ ਜ਼ਿਆਦਾ ਕਠੋਰ ਰੂਪ ਧਾਰਨ ਕਰ ਗਈ ਸੀਗੀ। ਹੁਣ ਕੀ ਸੀਗਾ ਕਿ ਉੱਪਰਲੇ ਜਿਹੜੇ 3 ਵਰਨ ਸੀਗੇ ਬ੍ਰਾਹਮਣ, ਕਸ਼ੱਤਰੀ ਅਤੇ ਵੈਸ਼, ਉਹਨਾਂ ਦਾ ਜੀਵਨ ਤਾਂ ਵਧੀਆ ਹੁੰਦਾ ਸੀਗਾ, ਬਟ ਜਿਹੜੇ ਸ਼ੂਦਰ ਹੁੰਦੇ ਸੀਗੇ ਉਹਨਾਂ ਨਾਲ ਬਹੁਤ ਮਾੜਾ ਸਲੂਕ ਕੀਤਾ ਜਾਂਦਾ ਸੀਗਾ। ਠੀਕ ਆ, ਉਹਨਾਂ ਦਾ ਪਰਛਾਵਾਂ ਵੀ ਪੈ ਜਾਂਦਾ ਸੀ, ਤਾਂ ਉੱਚੀ ਜਾਤੀ ਦੇ ਲੋਕ ਕੀ ਸੀ ਸਮਝਦੇ ਸੀ ਵੀ ਅਸੀਂ ਕੀ ਹੋ ਗਏ, ਅਪਵਿੱਤਰ ਹੋ ਗਏ, ਅਸੀਂ ਦੂਸ਼ਿਤ ਹੋ ਗਏ ਅਸੀਂ, ਕਿਉਂਕਿ ਸਾਡੇ ਉੱਪਰ ਨੀਵੀਂ ਜਾਤੀ ਵਾਲਿਆਂ ਦਾ ਪਰਛਾਵਾਂ ਪੈ ਗਿਆ। ਫਿਰ ਨਾ ਤਾਂ ਉਹਨਾਂ ਨੂੰ ਸ਼ੂਦਰਾਂ ਨੂੰ ਮੰਦਰਾਂ 'ਚ ਜਾਣ ਦਿੰਦੇ ਸੀਗੇ, ਨਾ ਹੀ ਉਹ ਵੈਦਿਕ ਸਾਹਿਤ ਪੜ੍ਹ ਸਕਦੇ ਸੀਗੇ, ਠੀਕ ਆ, ਨਾ ਹੀ ਉਹ ਯੱਗ ਕਰ ਸਕਦੇ ਸੀ। ਈਵਨ ਕਿ ਉਹ ਖੂਹਾਂ ਤੋਂ ਪਾਣੀ ਜਿਹੜਾ ਭਰਨਾ ਹੁੰਦਾ ਸੀ ਉਹਦੀ ਵੀ ਉਹਨਾਂ ਨੂੰ ਪਰਮਿਸ਼ਨ ਨਹੀਂ ਸੀਗੀ, ਉਹ ਵੀ ਨਹੀਂ ਭਰ ਸਕਦੇ ਸੀਗੇ ਉਹ। ਠੀਕ ਹੈ, ਇਹੋ ਜਿਹੇ ਲੋਕ ਜਿਹੜੇ ਸੀਗੇ ਉਹ ਵੀ ਅੱਕੇ ਹੋਏ ਸੀਗੇ ਹਿੰਦੂ ਧਰਮ ਤੋਂ, ਤਾਂ ਕਰਕੇ ਜ਼ਿਆਦਾ ਗਿਣਤੀ ਵਿੱਚ ਇਹੀ ਲੋਕ ਜਿਹੜੇ ਸੀ ਜੈਨ ਅਤੇ ਬੁੱਧ ਮਤ ਵਿੱਚ ਸ਼ਾਮਿਲ ਹੋਏ ਸੀਗੇ। ਅੱਗੇ ਜਿਹੜਾ ਪੰਜਵੀਂ ਜਿਹੜੀ ਵੱਡੀ ਹਿੰਦੂ ਧਰਮ ਵਿੱਚ ਕਮੀ ਆਈ ਆ ਉਹ ਇਹ ਆਈ ਆ ਕਿ ਉਹਨਾਂ ਦੇ ਜਿਹੜੇ ਗ੍ਰੰਥ ਸੀਗੇ, ਉਹਨਾਂ ਦੀ ਜਿਹੜੀ ਭਾਸ਼ਾ ਸੀ ਸੰਸਕ੍ਰਿਤ ਭਾਸ਼ਾ ਸੀਗੀ, ਉਹ ਬਹੁਤ ਔਖੀ ਸੀਗੀ। ਠੀਕ ਆ, ਔਖੀ ਕਿਵੇਂ ਸੀ, ਜਿਹੜੇ ਬ੍ਰਾਹਮਣ ਸੀਗੇ ਉਹਨੂੰ ਪਵਿੱਤਰ ਸਮਝਦੇ ਸੀਗੇ, ਠੀਕ ਆ, ਅਤੇ ਉਹ ਧਰਮ ਜਿਹੜੀ ਸੀ ਭਾਸ਼ਾ ਨੂੰ ਪੜ੍ਹਨਾ ਜਿਹੜਾ ਸੀ ਉਹ ਕਹਿੰਦੇ ਸੀਗੇ ਵੀ ਸਾਨੂੰ ਹੀ ਹੱਕ ਆ ਜਿਹੜੀ ਸੰਸਕ੍ਰਿਤ ਭਾਸ਼ਾ ਪੜ੍ਹਨ ਦਾ, ਜੀ ਹੋਰ ਲੋਕਾਂ ਨੂੰ ਹੱਕ ਨਹੀਂ ਹੈਗਾ। ਫਿਰ ਉਹਨਾਂ ਨੇ ਜਿਹੜੇ ਗ੍ਰੰਥ ਰਚੇ ਸੀਗੇ, ਵੇਦ ਹੋ ਗਿਆ, ਉਪਨਿਸ਼ਦ ਹੋ ਗਏ, ਬ੍ਰਾਹਮਣ ਗ੍ਰੰਥ ਹੋ ਗਏ, ਰਾਮਾਇਣ ਹੋ ਗਿਆ, ਮਹਾਭਾਰਤ ਹੋ ਗਿਆ, ਠੀਕ ਆ, ਇਹ ਤੋਂ ਬਿਨਾਂ ਇਹ ਸਾਰੇ ਕਾਹਦੇ ਵਿੱਚ ਸੀ, ਸੰਸਕ੍ਰਿਤ ਵਿੱਚ ਲਿਖੇ ਹੋਏ ਸੀ। ਪਰ ਜਿਹੜੇ ਆਮ ਲੋਕ ਸੀ ਉਹ ਵਿਚਾਰੇ ਸੰਸਕ੍ਰਿਤ ਪੜ੍ਹੇ ਨਹੀਂ ਹੋਏ ਸੀ, ਨਾ ਤਾਂ ਉਹ ਉਹਨੂੰ ਪੜ੍ਹ ਸਕਦੇ ਸੀ ਅਤੇ ਨਾ ਹੀ ਉਹਨਾਂ ਨੂੰ ਉਹਨਾਂ ਦੇ ਮੰਤਰਾਂ ਦੀ ਸਮਝ ਆਉਂਦੀ ਸੀਗੀ।
ਫਿਰ ਅਗਲੀ ਵੱਡੀ ਕਮੀ ਆ ਗਈ ਵੀ ਜਾਦੂ ਟੂਣਿਆਂ ਵਿੱਚ ਜ਼ਿਆਦਾ ਵਿਸ਼ਵਾਸ ਹੋ ਗਿਆ ਸੀ ਹਿੰਦੂ ਧਰਮ ਦਾ, ਭੂਤਾਂ ਪ੍ਰੇਤਾਂ ਵਿੱਚ ਹੋ ਗਿਆ, ਜਾਦੂ ਟੂਣਿਆਂ 'ਚ ਹੋ ਗਿਆ, ਜ਼ਿਆਦਾ ਵਿਸ਼ਵਾਸ ਕਰਨ ਲੱਗ ਗਏ। ਉਹਦੇ ਨਾਲ ਕੀ ਸੀਗਾ ਕਿ ਜਿਹੜਾ ਹਿੰਦੂ ਧਰਮ ਸੀਗਾ ਉਹ ਬਿਲਕੁਲ ਗਿਰਾਵਟ ਵੱਲ ਜਾ ਚੁੱਕਿਆ ਸੀਗਾ, ਕਿਉਂਕਿ ਇਹ ਸਾਰੇ ਅੰਧ ਵਿਸ਼ਵਾਸ ਵੱਧ ਗਏ ਸੀਗੇ ਉਸ ਟਾਈਮ ਦੇ ਵਿੱਚ। ਫਿਰ ਹੈ ਮਹਾਂਪੁਰਸ਼ਾਂ ਦਾ ਜਨਮ। 6ਵੀਂ ਸਦੀ ਵਿੱਚ ਕੀ ਹੋਇਆ ਕਿ ਅਨੇਕਾਂ ਮਹਾਂਪੁਰਸ਼ਾਂ ਦਾ ਜਨਮ ਹੋਇਆ, ਠੀਕ ਆ। ਉਹਨਾਂ ਨੇ ਕੀ ਸੀ ਕਿ ਇਸ ਹਨੇਰੇ ਵਿੱਚ ਜਿਹੜੇ ਭਟਕੇ ਹੋਏ ਲੋਕ ਸੀਗੇ ਉਹਨਾਂ ਨੂੰ ਕੀ ਸੀਗਾ ਧਰਮ ਦੇ ਨਾਂ 'ਤੇ ਸਹੀ ਰਾਹ ਦਿਖਾਇਆ ਸੀਗਾ। ਇਹਨਾਂ ਵਿੱਚੋਂ ਮਹਾਂਵੀਰ ਜੈਨ ਅਤੇ ਜਿਹੜਾ ਮਹਾਤਮਾ ਬੁੱਧ ਵਾ ਇਹਨਾਂ ਦੇ ਨਾਮ ਮੁੱਖ ਰੂਪ ਵਿੱਚ ਲਏ ਜਾਂਦੇ ਆ, ਠੀਕ ਆ। ਇਹਨਾਂ ਦੇ ਸਰਲ ਉਪਦੇਸ਼ਾਂ ਤੋਂ ਪ੍ਰਭਾਵਿਤ ਹੋ ਕੇ ਵੱਡੀ ਗਿਣਤੀ ਵਿੱਚ ਲੋਕ ਜਿਹੜੇ ਸੀਗੇ ਇਹਨਾਂ ਦੇ ਪੈਰੋਕਾਰ ਬਣ ਗਏ ਸੀਗੇ। ਹਿੰਦੂ ਧਰਮ ਨੂੰ ਛੱਡ ਕੇ ਲੋਕ ਜਿਹੜੇ ਸੀ ਜੈਨ ਮਤ ਅਤੇ ਬੁੱਧ ਮਤ ਵਿੱਚ ਆ ਗਏ ਸੀਗੇ। ਇਸੇ ਤਰ੍ਹਾਂ ਜਿਹੜਾ ਆਪਾਂ ਕਹਿ ਦਈਏ ਕਿ ਜੈਨ ਮਤ ਅਤੇ ਬੁੱਧ ਮਤ ਦੀ ਉਤਪੱਤੀ ਹੋਈ ਆ। ਹੁਣ ਅੱਗੇ ਆ ਗਿਆ 6ਵੀਂ ਸਦੀ ਈਸਵੀ ਪੂਰਵ ਦਾ ਸਭ ਤੋਂ ਸ਼ਕਤੀਸ਼ਾਲੀ ਰਾਜ ਕਿਹੜਾ ਸੀ, ਤਾਂ ਉਹ ਸੀਗਾ ਮਗਧ, ਠੀਕ ਹੈ। ਮਗਧ ਰਾਜ ਆ ਜਿਹੜਾ ਉਹ 6ਵੀਂ ਸਦੀ ਦੇ ਵਿੱਚ ਕਾਫੀ ਸ਼ਕਤੀਸ਼ਾਲੀ ਰਿਹਾ ਸੀਗਾ। ਉੱਥੋਂ ਦੇ ਦੋ ਜਿਹੜੇ ਪ੍ਰਸਿੱਧ ਸ਼ਾਸਕ ਸੀਗੇ ਕੌਣ ਕੌਣ ਸੀਗੇ, ਬਿੰਬੀਸਾਰ ਅਤੇ ਅਜਾਤਸ਼ਤਰੂ, ਠੀਕ ਆ। ਜਿਨ੍ਹਾਂ ਨੇ ਜਿਹੜਾ ਕੀ ਆ ਕਿ ਜੈਨ ਧਰਮ ਅਤੇ ਬੁੱਧ ਧਰਮ ਆ ਜਿਹੜਾ ਉਹਨੂੰ ਮਤਲਬ ਉਹਦਾ ਪ੍ਰਚਾਰ ਕਰਨ ਦੇ ਵਿੱਚ ਵੀ ਕਾਫੀ ਯੋਗਦਾਨ ਪਾਇਆ ਵਾ। ਅੱਗੇ ਹੈ 6ਵੀਂ ਸਦੀ ਈਸਵੀ ਪੂਰਵ ਵਿੱਚ ਭਾਰਤ ਦੇ ਦੋ ਸਭ ਤੋਂ ਮਹੱਤਵਪੂਰਨ ਧਰਮ ਕਿਹੜੇ ਸਨ, ਜੈਨ ਧਰਮ ਅਤੇ ਬੁੱਧ ਧਰਮ। 6ਵੀਂ ਸਦੀ ਈਸਵੀ ਪੂਰਵ ਦੇ ਦੋ ਜਿਹੜੇ ਆ ਸਭ ਤੋਂ ਵੱਡੇ ਮਹੱਤਵਪੂਰਨ ਧਰਮ ਰਹੇ ਆ। ਅੱਗੇ ਹੈ ਜੈਨ ਧਰਮ ਦਾ ਮੋਢੀ ਕਿਸ ਨੂੰ ਮੰਨਿਆ ਜਾਂਦਾ ਹੈ, ਸਵਾਮੀ ਮਹਾਵੀਰ ਨੂੰ, ਠੀਕ ਹੈ। ਜੈਨ ਧਰਮ ਦਾ ਮੋਢੀ ਕੌਣ ਆ, ਸਵਾਮੀ ਮਹਾਵੀਰ। ਜੈਨ ਧਰਮ ਵਿੱਚ ਗੁਰੂ ਨੂੰ ਕੀ ਕਿਹਾ ਜਾਂਦਾ ਸੀ, ਤੀਰਥੰਕਰ। ਤੀਰਥੰਕਰ ਤੋਂ ਕੀ ਭਾਵ ਹੈ, ਹੁਣ ਦੇਖੋ ਜਿਹੜਾ ਤੀਰਥੰਕਰ ਸ਼ਬਦ ਆ ਉਹਦਾ ਸ਼ਾਬਦਿਕ ਅਰਥ ਕੀ ਆ ਜਾਂ ਉਹਦਾ ਵਰਡ ਮੀਨਿੰਗ ਕੀ ਆ। ਤੀਰਥੰਕਰ ਦਾ ਅਰਥ ਹੈ ਸਿੱਖਿਅਤ। ਜੈਨ ਧਰਮ ਦਾ ਪਹਿਲਾ ਤੀਰਥੰਕਰ ਕੌਣ ਸੀ, ਤੇ ਜੈਨ ਧਰਮ ਦੇ ਜਿਹੜੇ ਸਭ ਤੋਂ ਪਹਿਲੇ ਤੀਰਥੰਕਰ ਹੋਏ ਆ ਉਹਨਾਂ ਦਾ ਨਾਮ ਹੈ ਰਿਸ਼ਭਦੇਵ। ਜੈਨ ਧਰਮ ਦਾ 23ਵਾਂ ਤੀਰਥੰਕਰ ਕੌਣ ਸੀ, ਪਾਰਸ਼ਵਨਾਥ। ਸਵਾਮੀ ਮਹਾਵੀਰ ਜੈਨ ਧਰਮ ਦੇ ਕਿੰਨਵੇਂ ਤੀਰਥੰਕਰ ਸਨ, 24ਵੇਂ। ਦੇਖੋ ਜੈਨ ਧਰਮ ਦੇ ਤੁਸੀਂ ਤਿੰਨੇ ਤੀਰਥੰਕਰ ਯਾਦ ਰੱਖਣੇ ਆ। ਪਹਿਲੇ ਤੀਰਥੰਕਰ ਕੌਣ ਨੇ, ਰਿਸ਼ਭਦੇਵ, ਕਈ ਥਾਵਾਂ 'ਤੇ ਇਹਨਾਂ ਦਾ ਨਾਮ ਰਿਸ਼ਭਨਾਥ ਵੀ ਲਿਖਿਆ ਹੁੰਦਾ, ਠੀਕ ਹੈ। 23ਵੇਂ ਜਿਹੜੇ ਮਹੱਤਵਪੂਰਨ ਨੇ ਉਹਨਾਂ ਦਾ ਨਾਮ ਕੀ ਆ, ਪਾਰਸ਼ਵਨਾਥ। ਅਤੇ 24ਵੇਂ ਕੌਣ ਨੇ, ਸਵਾਮੀ ਮਹਾਵੀਰ। ਸਵਾਮੀ ਮਹਾਵੀਰ ਦੀ ਸੰਨਿਆਸ ਪੱਧਤੀ ਨੂੰ ਕੀ ਨਾਂ ਦਿੱਤਾ ਗਿਆ ਹੈ। ਦੇਖੋ ਜਿਹੜਾ ਉਹਨੇ ਸੰਨਿਆਸ ਧਾਰਨ ਕੀਤਾ ਉਹਨੂੰ ਕੀ ਨਾਮ ਦਿੱਤਾ ਗਿਆ, ਉਹਨੂੰ ਨਿਰਗ੍ਰੰਥ ਦਾ ਨਾਮ ਦਿੱਤਾ ਗਿਆ ਵਾ। ਨਿਰਗ੍ਰੰਥ ਤੋਂ ਕੀ ਭਾਵ ਹੈ, ਨਿਰਗ੍ਰੰਥ ਦਾ ਜਿਹੜਾ ਅਰਥ ਆ ਵਰਡ ਮੀਨਿੰਗ ਉਹ ਹੈ ਬੰਧਨਾਂ ਤੋਂ ਰਹਿਤ। ਸਵਾਮੀ ਮਹਾਵੀਰ ਦਾ ਜਨਮ ਕਦੋਂ ਹੋਇਆ, 599 ਈਸਵੀ ਪੂਰਵ ਵਿੱਚ, ਪਰ ਜ਼ਿਆਦਾਤਰ ਜਿਹੜੇ ਇਤਿਹਾਸਕਾਰ ਨੇ ਉਹ ਉਹਨਾਂ ਦਾ ਜਨਮ 540 BC ਮੰਨਦੇ ਨੇ, ਠੀਕ ਆ। 599 ਅਤੇ 540 ਦੋਨੇ ਯਾਦ ਰੱਖਣੇ ਆ। ਸਵਾਮੀ ਮਹਾਵੀਰ ਦਾ ਜਨਮ ਕਿੱਥੇ ਹੋਇਆ, ਵਿਸ਼ਾਲੀ ਨੇੜੇ ਕੁੰਡਗ੍ਰਾਮ ਬਿਹਾਰ ਦੇ ਵਿੱਚ ਜਿਹੜਾ ਸੀ ਮਹਾਵੀਰ ਦਾ ਜਨਮ ਹੋਇਆ ਸੀ। ਸਵਾਮੀ ਮਹਾਵੀਰ ਦੇ ਬਚਪਨ ਦਾ ਨਾਂ ਕੀ ਸੀ, ਵਰਧਮਾਨ। ਸਵਾਮੀ ਮਹਾਵੀਰ ਦੇ ਪਿਤਾ ਦਾ ਨਾਂ ਕੀ ਸੀ, ਸਿਧਾਰਥ। ਦੇਖੋ ਸਵਾਮੀ ਮਹਾਵੀਰ ਦੇ ਪਿਤਾ ਦਾ ਨਾਂ ਸਿਧਾਰਥ ਸੀ ਅਤੇ ਉਹ ਕੀ ਸੀਗਾ, ਇੱਕ ਕਸ਼ੱਤਰੀ ਕਬੀਲੇ ਦੇ ਜੰਤਰਿਕਾ ਦੇ ਮੁਖੀ ਸਨ। ਸਵਾਮੀ ਮਹਾਵੀਰ ਦੇ ਮਾਤਾ ਜੀ ਦਾ ਨਾਂ ਕੀ ਸੀਗਾ, ਉਹਨਾਂ ਦੀ ਮਾਤਾ ਦਾ ਨਾਂ ਜਿਹੜਾ ਸੀ ਤ੍ਰਿਸ਼ਲਾ ਸੀ, ਅਤੇ ਜਿਹੜੀ ਤ੍ਰਿਸ਼ਲਾ ਸੀ ਉਹ ਲਿੱਛਵੀ ਵੰਸ਼ ਦੇ ਰਾਜਾ ਚੇਟਕ ਦੀ ਜਿਹੜੀ ਸੀ ਭੈਣ ਸੀਗੀ, ਠੀਕ ਹੈ, ਤ੍ਰਿਸ਼ਲਾ। ਸਵਾਮੀ ਮਹਾਵੀਰ ਦੇ ਪਿਤਾ ਕਿਸ ਕਬੀਲੇ ਦੇ ਮੁਖੀ ਸਨ, ਜੰਤਰਿਕਾ। ਮਹਾਵੀਰ ਸਵਾਮੀ ਦਾ ਵਿਆਹ ਕਿਸ ਨਾਲ ਹੋਇਆ, ਰਾਜਕੁਮਾਰੀ ਯਸ਼ੋਦਾ ਨਾਲ। ਮਹਾਵੀਰ ਸਵਾਮੀ ਦੀ ਪੁੱਤਰੀ ਦਾ ਨਾਂ ਕੀ ਸੀ, ਪ੍ਰਿਯਦਰਸ਼ਨਾ ਜਾਂ ਅਨੁਜਾ। ਮਹਾਵੀਰ ਸਵਾਮੀ ਨੇ ਕਿੰਨੇ ਸਾਲ ਦੀ ਉਮਰ ਵਿੱਚ ਘਰ ਤਿਆਗ ਦਿੱਤਾ, 30 ਸਾਲ ਦੀ ਉਮਰ ਵਿੱਚ ਮਹਾਵੀਰ ਸਵਾਮੀ ਨੇ ਆਪਣਾ ਘਰ ਆ ਜਿਹੜਾ ਉਹ ਤਿਆਗ ਦਿੱਤਾ ਸੀ। ਮਹਾਵੀਰ ਸਵਾਮੀ ਨੇ ਕਿਸ ਤੋਂ ਇਜਾਜ਼ਤ ਲੈ ਕੇ ਘਰ ਤਿਆਗ ਦਿੱਤਾ, ਭਰਾ ਨੰਦੀ ਵਰਮਨ ਤੋਂ। ਮਹਾਵੀਰ ਸਵਾਮੀ ਨੂੰ ਗਿਆਨ ਦੀ ਪ੍ਰਾਪਤੀ ਕਿੰਨੀ ਉਮਰ ਵਿੱਚ ਹੋਈ, 42 ਸਾਲ ਦੀ ਉਮਰ ਵਿੱਚ ਮਹਾਵੀਰ ਸਵਾਮੀ ਜਿਹੜੇ ਸੀਗੇ ਉਹਨਾਂ ਨੂੰ ਗਿਆਨ ਦੀ ਪ੍ਰਾਪਤੀ ਹੋਈ ਸੀ, ਠੀਕ ਹੈ। ਗਿਆਨ ਦੀ ਪ੍ਰਾਪਤੀ ਤੋਂ ਬਾਅਦ ਫਿਰ ਕੀ ਹੋਇਆ ਕਿ ਉਹਨਾਂ ਨੂੰ ਕਾਫੀ ਸਾਰੇ ਨਾਮ ਵੀ ਦਿੱਤੇ ਗਏ ਸੀਗੇ, ਠੀਕ ਆ। ਜਿਵੇਂ ਉਹਨਾਂ ਨੂੰ ਕੇਵਲਿਆ ਗਿਆਨ ਪ੍ਰਾਪਤ ਹੋ ਗਿਆ। ਕੇਵਲਿਆ ਦਾ ਮਤਲਬ ਜਿਹੜਾ ਕੀ ਹੋ ਗਿਆ ਕਿ ਸਰਵਉੱਚ ਜਿਹੜਾ ਸੱਚ। ਫਿਰ ਇਸ ਤੋਂ ਬਿਨਾਂ ਉਹਨੂੰ ਜਿਹੜੇ ਗਿਆਨ ਦੀ ਪ੍ਰਾਪਤ ਹੋਈ ਉਹ ਤੋਂ ਬਾਅਦ ਉਹਨੂੰ ਕੀ ਕਹਿਣ ਲੱਗ ਗਏ, ਮਹਾਵੀਰ ਸਵਾਮੀ ਨੂੰ ਵਰਧਮਾਨ ਜਿੰਨ ਵੀ ਕਹਿਣ ਲੱਗ ਗਏ, ਜਿਹਦਾ ਅਰਥ ਸੀਗਾ ਇੰਦਰੀਆਂ ਦਾ ਜੇਤੂ।
ਤੇ ਫਿਰ ਮਹਾਵੀਰ ਤਾਂ ਉਹਨਾਂ ਦਾ ਨਾਮ ਹੈਗਾ ਹੀ ਸੀ। ਮਹਾਵੀਰ ਦਾ ਅਰਥ ਕੀ ਸੀਗਾ? ਮਹਾਨ ਜੇਤੂ। ਮਹਾਵੀਰ ਸਵਾਮੀ ਨੂੰ ਗਿਆਨ ਦੀ ਪ੍ਰਾਪਤੀ ਕਿਹੜੀ ਨਦੀ ਦੇ ਕਿਨਾਰੇ ਹੋਈ? ਰਜੂਪਾਲਿਕਾ ਨਦੀ ਦੇ ਤੱਟ ਤੇ ਜਿਹੜੇ ਮਹਾਵੀਰ ਸਵਾਮੀ ਸੀ ਉਹਨਾਂ ਨੂੰ ਗਿਆਨ ਦੀ ਪ੍ਰਾਪਤੀ ਹੋਈ ਸੀਗੀ। ਮਹਾਵੀਰ ਸਵਾਮੀ ਨੂੰ ਗਿਆਨ ਦੀ ਪ੍ਰਾਪਤੀ ਕਿੱਥੇ ਹੋਈ? ਰਜੂਪਾਲਿਕਾ ਨਦੀ ਦੇ ਨੇੜੇ, ਠੀਕ ਆ, ਉਹਦੇ ਤੱਟ ਦੇ ਨੇੜੇ ਜੁੰਬਿਕ ਗ੍ਰਾਮ ਨਾਂ ਦੇ ਜਿਹੜਾ ਸੀਗਾ ਜਗ੍ਹਾ 'ਤੇ ਉਹਨਾਂ ਨੂੰ ਗਿਆਨ ਦੀ ਪ੍ਰਾਪਤੀ ਹੋਈ ਸੀਗੀ। ਵਰਧਮਾਨ ਜਨ ਤੋਂ ਕੀ ਭਾਵ ਹੈ? ਇੰਦਰੀਆਂ ਦਾ ਜੇਤੂ। ਇਹ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਕੇ ਹਟੀ ਹਾਂ। ਮਹਾਵੀਰ ਦਾ ਕੀ ਅਰਥ ਹੈ? ਮਹਾਨ ਜੇਤੂ। ਦੇਖੋ ਵਰਧਮਾਨ ਜੇਤੂ ਦਾ ਅਰਥ ਕੀ ਸੀਗਾ? ਵਰਧਮਾਨ ਜਿੰਨ ਦਾ ਅਰਥ ਕੀ ਸੀਗਾ? ਇੰਦਰੀਆਂ ਦਾ ਜੇਤੂ। ਐਂਡ ਮਹਾਵੀਰ ਦਾ ਅਰਥ ਕੀ ਆ? ਮਹਾਨ ਜੇਤੂ। ਮਹਾਵੀਰ ਸਵਾਮੀ ਦੇ ਪ੍ਰਸਿੱਧ ਪ੍ਰਚਾਰ ਕੇਂਦਰ ਕਿਹੜੇ ਸਨ? ਹੁਣ ਗਿਆਨ ਪ੍ਰਾਪਤੀ ਤੋਂ ਬਾਅਦ ਜਿਹੜਾ ਸੀਗਾ ਉਹਨਾਂ ਨੇ ਆਪਣਾ ਧਰਮ ਪ੍ਰਚਾਰ ਕਰਨਾ ਸ਼ੁਰੂ ਕਰਤਾ, ਠੀਕ ਆ। ਜਿਹੜੇ ਵੀ ਅੰਧ ਵਿਸ਼ਵਾਸ ਫੈਲੇ ਹੋਏ ਸੀ ਉਹਨਾਂ ਨੂੰ ਦੂਰ ਕਰਨ ਲਈ, ਲੋਕਾਂ ਨੂੰ ਸੱਚਾ ਮਾਰਗ ਦੱਸਣ ਦੇ ਬਾਰੇ ਉਹਨਾਂ ਨੇ ਉਪਦੇਸ਼ ਦੇਣੇ ਸ਼ੁਰੂ ਕਰਤੇ, ਠੀਕ ਆ। ਫਿਰ ਉਹਨਾਂ ਦੇ ਉਪਦੇਸ਼ ਦੇ ਜਿਹੜੇ ਸੀਗੇ ਮੁੱਖ ਕੇਂਦਰ ਕਿਹੜੇ ਕਿਹੜੇ ਰਹੇ ਆ ਕਿ ਜਿੱਥੋਂ ਦੇ ਲੋਕ ਉਹਨਾਂ ਦੇ ਜ਼ਿਆਦਾਤਰ ਪੈਰੋਕਾਰ ਬਣ ਗਏ ਸੀਗੇ? ਰਾਜਗ੍ਰਹਿ, ਵਿਸ਼ਾਲੀ, ਕੌਸ਼ਲ, ਮਿਥਿਲਾ, ਵਿਦੇ ਅਤੇ ਅੰਗ। ਇਹ ਜਿਹੜੇ ਸੀਗੇ ਉਹਨਾਂ ਦੇ ਧਰਮ ਪ੍ਰਚਾਰ ਦੇ ਕੇਂਦਰ ਬਣ ਗਏ ਸੀਗੇ। ਮਹਾਵੀਰ ਸਵਾਮੀ ਨੇ ਕਿੰਨੇ ਸਾਲਾਂ ਤੱਕ ਪ੍ਰਚਾਰ ਕੀਤਾ? 30 ਸਾਲਾਂ ਤੱਕ ਉਹਨਾਂ ਨੇ ਲਗਭਗ ਜਿਹੜਾ ਸੀ ਪ੍ਰਚਾਰ ਕੀਤਾ ਸੀਗਾ। ਮਹਾਵੀਰ ਸਵਾਮੀ ਦੀ ਮੌਤ ਕਦੋਂ ਹੋਈ? 527 ਈਸਵੀ ਪੂਰਬ ਦੇ ਵਿੱਚ ਜਿਹੜੀ ਸੀ ਉਹਨਾਂ ਦੀ ਮੌਤ ਹੋਈ ਸੀ। ਐਂਡ ਮੌਤ ਦੇ ਸਮੇਂ ਉਹਨਾਂ ਦੀ ਉਮਰ ਕਿੰਨੇ ਸਾਲ ਦੀ ਸੀ? 72 ਸਾਲ ਦੀ ਸੀਗੀ, ਠੀਕ ਹੈ। ਮੌਤ ਉਹਨਾਂ ਦੀ ਕਿੱਥੇ ਹੋਈ? ਅੱਗੇ ਆਪਾਂ ਪੜ੍ਹਾਂਗੇ ਅਗਲੇ ਕੁਐਸਚਨ ਦੇ ਵਿੱਚ। ਜੈਨ ਧਰਮ ਵਿੱਚ ਮੌਤ ਨੂੰ ਕੀ ਆਖਦੇ ਹਨ? ਨਿਰਵਾਣ। ਜੈਨ ਧਰਮ ਦੇ ਵਿੱਚ ਮੌਤ ਆ ਜਿਹੜਾ ਉਹਨੂੰ ਨਿਰਵਾਣ ਕਿਹਾ ਜਾਂਦਾ। ਐਂਡ ਜਿਹੜਾ ਨਿਰਵਾਣ ਆ ਨਾ, ਨਿਰਵਾਣ ਸ਼ਬਦ ਦਾ ਅਰਥ ਹੈਗਾ ਮੁਕਤੀ। ਮਹਾਵੀਰ ਸਵਾਮੀ ਨੂੰ ਨਿਰਵਾਣ ਦੀ ਪ੍ਰਾਪਤੀ ਕਿੱਥੇ ਹੋਈ? ਪਾਵਾ ਵਿਖੇ, ਠੀਕ ਆ। ਪਾਵਾ ਵਿਖੇ, ਜੋ ਕਿ ਕਿੱਥੇ ਆ? ਪਟਨਾ ਦੇ ਵਿੱਚ। ਉੱਥੇ 527 ਈਸਵੀ ਵਿੱਚ ਇਹਨਾਂ ਨੇ ਲਿਖਿਆ ਕਿ ਮਹਾਵੀਰ ਸਵਾਮੀ ਦੀ ਡੈਥ ਹੋਈ ਆ। ਅੱਗੇ ਹੈ ਨਿਰਵਾਣ ਤੋਂ ਕੀ ਭਾਵ ਹੈ? ਆਵਾਗਮਨ ਦੇ ਚੱਕਰ ਤੋਂ ਮੁਕਤੀ। ਜੈਨ ਧਰਮ ਅਨੁਸਾਰ ਮਨੁੱਖ ਦੇ ਜੀਵਨ ਦਾ ਮੁੱਖ ਉਦੇਸ਼ ਕੀ ਹੈ? ਨਿਰਵਾਣ ਦੀ ਪ੍ਰਾਪਤੀ। ਕਿਹੜੇ ਸ਼ਾਸਕ ਸਮੇਂ ਜੈਨ ਧਰਮ 2 ਸੰਪਰਦਾਵਾਂ ਵਿੱਚ ਵੰਡਿਆ ਗਿਆ ਸੀਗਾ? ਚੰਦਰਗੁਪਤ ਮੌਰੀਆ ਦੇ ਸਮੇਂ ਜਿਹੜਾ ਜੈਨ ਧਰਮ ਸੀਗਾ ਉਹ 2 ਸੰਪਰਦਾਵਾਂ ਦੇ ਵਿੱਚ ਵੰਡਿਆ ਗਿਆ ਸੀਗਾ। ਜੈਨ ਧਰਮ ਕਿਹੜੀਆਂ 2 ਸੰਪਰਦਾਵਾਂ ਦੇ ਵਿੱਚ ਵੰਡਿਆ ਗਿਆ ਸੀ? ਦਿਗੰਬਰ ਅਤੇ ਸ਼ਵੇਤਾਂਬਰ ਨਾਂ ਦੀਆਂ 2 ਜਿਹੜੀਆਂ ਸੀਗੀਆਂ ਸੰਪਰਦਾਵਾਂ ਦੇ ਵਿੱਚ ਜੈਨ ਧਰਮ ਵੰਡਿਆ ਗਿਆ ਸੀਗਾ। ਜੈਨ ਧਰਮ ਵਿਚਕਾਰ ਹੋਈ ਵੰਡ ਦਾ ਮੁੱਖ ਕਾਰਨ ਕੀ ਸੀਗਾ? ਮਗਧ ਦਾ ਭਿਆਨਕ ਅਕਾਲ। ਦਿਗੰਬਰ ਸੰਪਰਦਾਇ ਦਾ ਮੁਖੀ ਕੌਣ ਸੀ? ਭਦਰਬਾਹੂ। ਸ਼ਵੇਤਾਂਬਰ ਸੰਪਰਦਾਇ ਦਾ ਮੁਖੀ ਜਿਹੜਾ ਸੀ ਜਾਂ ਮੋਢੀ ਕੌਣ ਸੀ? ਸਥੂਲ ਭੱਦਰ। ਜੈਨ ਧਰਮ ਦੀ ਪ੍ਰਮੁੱਖ ਭਾਸ਼ਾ ਕਿਹੜੀ ਸੀ? ਤਾਂ ਉਹ ਸੀਗੀ ਪ੍ਰਾਕਿਰਤ। ਜੈਨ ਧਰਮ ਦੇ ਤ੍ਰਿਰਤਨ ਦੱਸੋ। ਜਿਹੜਾ ਜੈਨ ਧਰਮ ਆ ਉਹਦੇ ਤ੍ਰਿਰਤਨ ਕਿਹੜੇ ਸੀਗੇ? ਸੱਚੀ ਸਰਦਾ, ਸੱਚਾ ਗਿਆਨ ਤੇ ਸੱਚਾ ਆਚਰਨ। ਇਹ ਜਿਹੜੇ ਨੇ 3 ਤ੍ਰਿਰਤਨ ਸੀਗੇ ਜੈਨ ਧਰਮ ਦੇ। ਜੈਨ ਧਰਮ ਦੇ ਕੁੱਲ ਕਿੰਨੇ ਤੀਰਥੰਕਰ ਸਨ? 24 ਤੀਰਥੰਕਰ। ਜੈਨ ਧਰਮ ਦੇ 24ਵੇਂ ਤੀਰਥੰਕਰ ਕੌਣ ਸਨ? ਮਹਾਵੀਰ ਜੈਨ। ਤ੍ਰਿਸ਼ਲਾ ਕੌਣ ਸੀ? ਦੇਖੋ ਮਹਾਵੀਰ ਸਵਾਮੀ ਦੇ ਮਾਤਾ ਜਿਹੜੇ ਤ੍ਰਿਸ਼ਲਾ ਸੀ ਅਸਲ ਵਿੱਚ ਉਹ ਕੌਣ ਸੀ? ਲਿच्छवी ਵੰਸ਼ ਦੇ ਰਾਜਾ ਚੇਟਕ ਦੀ ਭੈਣ। ਮਗਧ ਦੇ ਕਿਹੜੇ ਸ਼ਾਸਕਾਂ ਨੇ ਜੈਨ ਧਰਮ ਨੂੰ ਸਵੀਕਾਰ ਕੀਤਾ? ਬਿੰਬੀਸਾਰ ਅਤੇ ਅਜਾਤ ਸ਼ਤਰੂ ਨੇ। ਨਿਰਵਾਣ ਪ੍ਰਾਪਤੀ ਸਮੇਂ ਮਹਾਵੀਰ ਜੀ ਦੇ ਕਿੰਨੇ ਪੈਰੋਕਾਰ ਸਨ? 14,000 ਪੈਰੋਕਾਰ ਸਨ ਜਦੋਂ ਉਹਨਾਂ ਨੇ ਨਿਰਵਾਣ ਪ੍ਰਾਪਤ ਕੀਤਾ ਉਸ ਟਾਈਮ ਦੇ ਵਿੱਚ ਉਹਨਾਂ ਦੇ। ਅਹਿੰਸਾ ਤੋਂ ਕੀ ਭਾਵ ਹੈ? ਅਹਿੰਸਾ ਤੋਂ ਭਾਵ ਹੈ ਕਿਸੇ ਵੀ ਜਾਨਦਾਰ ਚੀਜ਼ ਨੂੰ ਕਸ਼ਟ ਨਾ ਦੇਣਾ। ਜੈਨ ਧਰਮ ਦੇ ਸਿਧਾਂਤਾਂ 'ਤੇ ਆਧਾਰਿਤ ਕਿੰਨੇ ਅੰਗ ਲਿਖੇ ਗਏ ਹਨ? 12 ਅੰਗ ਜਿਹੜੇ ਆ ਜੈਨ ਧਰਮ ਦੇ ਲਿਖੇ ਗਏ ਆ। ਮਹਾਵੀਰ ਸਵਾਮੀ ਦੇ ਜਵਾਈ ਦਾ ਨਾਂ ਕੀ ਸੀ? ਜਾਮਿਲ। ਮਗਧ ਰਾਜ ਦੇ 2 ਮਹਾਨ ਸ਼ਾਸਕ ਕਿਹੜੇ ਸਨ? ਬਿੰਬੀਸਾਰ ਅਤੇ ਅਜਾਤ ਸ਼ਤਰੂ। ਪਾਰਸ਼ਵਨਾਥ ਸਵਾਮੀ ਮਹਾਵੀਰ ਦੇ ਜਨਮ ਤੋਂ ਕਿੰਨਾ ਸਮਾਂ ਪਹਿਲਾਂ ਹੋਏ ਸਨ? 250 ਵਰ੍ਹੇ ਪਹਿਲਾਂ। ਕੁਝ ਇਤਿਹਾਸਕਾਰ ਮਹਾਤਮਾ ਬੁੱਧ ਦੀ ਜਨਮ ਮਿਤੀ ਕਿਹੜੀ ਮੰਨਦੇ ਹਨ? 540 ਈਸਵੀ ਪੂਰਵ। ਕੇਵਲਿਆ ਗਿਆਨ ਦਾ ਅਰਥ ਕੀ ਹੈ? ਸਰਬ ਉੱਚ ਸੱਚ।
ਮਹਾਂਵੀਰ ਦੇ ਪ੍ਰਚਾਰ ਦੇ ਪ੍ਰਸਿੱਧ ਕੇਂਦਰ ਕਿਹੜੇ ਸਨ? ਰਾਜਗ੍ਰਹਿ, ਵਿਸ਼ਾਲੀ, ਕੌਸ਼ਲ, ਮਿਥਿਲਾ, ਵਿਦੇ ਅਤੇ ਅੰਗ। ਕਿਸਨੇ ਜੈਨ ਪਰੰਪਰਾਵਾਂ ਅਨੁਸਾਰ ਜੈਨ ਮਤ ਨੂੰ ਸਵੀਕਾਰ ਕਰ ਲਿਆ? ਮਗਧ ਦੇ ਸ਼ਾਸਕ ਬਿੰਬੀਸਾਰ ਅਤੇ ਉਸਦੇ ਲੜਕੇ ਅਜਾਤਸ਼ਤਰੂ ਨੇ। ਜੈਨ ਧਰਮ ਦੀ ਆਧਾਰਸ਼ਿਲਾ ਕੀ ਹੈ? ਅਹਿੰਸਾ। ਜੈਨ ਧਰਮ ਦੇ ਲੋਕ ਅਹਿੰਸਾ ਦੇ ਉਪਦੇਸ਼ਾਂ ਦੀ ਪਾਲਣਾ ਕਿਵੇਂ ਕਰਦੇ ਹਨ? ਨੰਗੇ ਪੈਰੀ ਚੱਲਦੇ ਹਨ, ਉਹ ਮੂੰਹ ਉੱਪਰ ਪੱਟੀ ਬੰਨ੍ਹਦੇ ਹਨ, ਪਾਣੀ ਛਾਣ ਕੇ ਪੀਂਦੇ ਹਨ, ਸੂਰਜ ਛਿਪਣ ਤੋਂ ਬਾਅਦ ਭੋਜਨ ਨਹੀਂ ਕਰਦੇ। ਜੈਨ ਧਰਮ ਕਿਹੜੇ ਸਿਧਾਂਤਾਂ ਵਿੱਚ ਵਿਸ਼ਵਾਸ ਰੱਖਦਾ ਹੈ? ਸਮਾਨਤਾ ਦੇ ਸਿਧਾਂਤ ਅਤੇ ਕਰਮ ਸਿਧਾਂਤ ਦੇ ਵਿੱਚ ਜਿਹੜਾ ਜੈਨ ਧਰਮ ਆ ਉਹ ਵਿਸ਼ਵਾਸ ਰੱਖਦਾ ਵਾ। ਸਵਾਮੀ ਮਹਾਵੀਰ ਨੇ ਕਿਹੜੇ ਆਚਰਨ ਨੂੰ ਵਿਸ਼ੇਸ਼ ਮਹੱਤਤਾ ਦਿੱਤੀ ਹੈ? ਸ਼ੁੱਧ ਆਚਰਨ ਨੂੰ। ਸਵਾਮੀ ਮਹਾਵੀਰ ਨੇ ਕਿਹੜੀਆਂ ਬੁਰਾਈਆਂ ਤੋਂ ਦੂਰ ਰਹਿਣ ਲਈ ਕਿਹਾ ਹੈ? ਚੋਰੀ, ਝੂਠ, ਚੁਗਲੀ, ਨਫ਼ਰਤ ਅਤੇ ਲਾਲਚ ਵਰਗੀਆਂ ਜਿਹੜੀਆਂ ਬੁਰਾਈਆਂ ਨੇ ਉਹਨਾਂ ਤੋਂ ਦੂਰ ਰਹਿਣ ਲਈ ਕਿਹਾ ਵਾ। ਜੈਨ ਧਰਮ ਦੇ ਲੋਕ ਕਿਸ ਦੀ ਪੂਜਾ ਕਰਦੇ ਸਨ? 24 ਤੀਰਥੰਕਰਾਂ ਨੂੰ ਦੇਵਤੇ ਮੰਨ ਕੇ ਉਹਨਾਂ ਦੀ ਪੂਜਾ ਕਰਦੇ ਸਨ। ਸਵਾਮੀ ਮਹਾਵੀਰ ਨੇ ਆਪਣੇ ਉਪਦੇਸ਼ਾਂ ਦਾ ਪ੍ਰਚਾਰ ਕਿਹੜੀ ਭਾਸ਼ਾ ਵਿੱਚ ਕੀਤਾ ਹੈ? ਅਰਧ-ਮਾਗਧੀ ਵਿੱਚ। ਕੀ ਜੈਨ ਧਰਮ ਈਸ਼ਵਰ ਵਿੱਚ ਵਿਸ਼ਵਾਸ ਰੱਖਦਾ ਸੀ? ਨਹੀਂ। ਜੈਨ ਧਰਮ ਕਿਸ ਵਿੱਚ ਵਿਸ਼ਵਾਸ ਰੱਖਦਾ ਸੀ? ਆਤਮਾ ਵਿੱਚ। ਸ਼ਿਵਤਾਂਬਰ ਮੱਤ ਵਾਲੇ ਜੈਨੀਆਂ ਨੇ ਸਥੂਲ ਪੱਧਰ ਦੀ ਅਗਵਾਈ ਹੇਠ ਕਿੱਥੇ ਇੱਕ ਸਭਾ ਬੁਲਾਈ? ਪਾਟਲੀਪੁੱਤਰ ਵਿਖੇ। ਪਾਟਲੀਪੁੱਤਰ ਦੀ ਸਭਾ ਵਿੱਚ ਕੀ ਲਿਖਿਆ ਗਿਆ? 12 ਅੰਗ। 12 ਅੰਗਾਂ ਦੀ ਰਚਨਾ ਕਿਹੜੀ ਸੰਪਰਦਾਇ ਨੇ ਕੀਤੀ? ਸ਼ਵੇਤਾਂਬਰ। ਕਿਸਨੇ 12 ਅੰਗਾਂ ਨੂੰ ਸਵੀਕਾਰ ਨਹੀਂ ਕੀਤਾ ਅਤੇ ਆਪਣੇ ਅਲੱਗ ਗ੍ਰੰਥਾਂ ਦੀ ਰਚਨਾ ਕੀਤੀ? ਦਿਗੰਬਰ ਸੰਪਰਦਾਇ ਨੇ। ਦੋਵੇਂ ਸੰਪਰਦਾਵਾਂ ਕਿਸ ਦੀਆਂ ਸਿੱਖਿਆਵਾਂ ਵਿੱਚ ਵਿਸ਼ਵਾਸ ਰੱਖਦੀਆਂ ਸਨ? ਮਹਾਵੀਰ ਦੀਆਂ ਸਿੱਖਿਆਵਾਂ ਦੇ ਵਿੱਚ। ਐਂਡ ਜਿਹੜੀਆਂ ਮਹਾਵੀਰ ਦੀਆਂ ਸਿੱਖਿਆਵਾਂ ਨੇ ਉਹ ਮੈਂ ਤੁਹਾਨੂੰ ਇੱਕ ਵਾਰ ਡਿਟੇਲ ਵਿੱਚ ਦੱਸਦਾ ਕੀ ਨੇ। ਸਭ ਤੋਂ ਪਹਿਲਾਂ ਉਹਨਾਂ ਨੇ ਤ੍ਰਿਰਤਨ ਦਾ ਸਿਧਾਂਤ ਦਿੱਤਾ, ਠੀਕ ਹੈ। ਤ੍ਰਿਰਤਨ ਉਹਨਾਂ ਦੇ ਕਿਹੜੇ ਕਿਹੜੇ ਸੀ? ਸੱਚੀ ਸਰਦਾ, ਸੱਚਾ ਗਿਆਨ, ਸੱਚਾ ਆਚਰਨ। ਸੱਚੀ ਸਰਦਾ ਦੇ ਵਿੱਚ ਕੀ ਸੀ ਕਿ ਜਿਹੜੇ ਮਤਲਬ ਜੈਨ ਧਰਮ ਨੂੰ ਮੰਨਣ ਵਾਲੇ ਨੇ ਉਹਨਾਂ ਦਾ ਜਿਹੜਾ ਸੱਚਾ ਵਿਸ਼ਵਾਸ ਆ ਜਾਂ ਸੱਚੀ ਸ਼ਰਧਾ ਵਾ ਕਿਹਦੇ ਵਿੱਚ ਹੋਣਾ ਚਾਹੀਦਾ? 24 ਤੀਰਥੰਕਰਾਂ ਦੇ ਵਿੱਚ ਹੋਣਾ ਚਾਹੀਦਾ। ਫਿਰ ਹੈਗਾ ਸੱਚਾ ਗਿਆਨ ਦਾ ਮਤਲਬ ਕੀ ਆ ਕਿ ਤੀਰਥੰਕਰਾਂ ਰਾਹੀਂ ਦਿੱਤੇ ਗਏ ਉਪਦੇਸ਼ਾਂ ਤੋਂ ਕੀ ਆ? ਸੱਚਾ ਗਿਆਨ ਹਾਸਲ ਕਰਨਾ ਚਾਹੀਦਾ ਵਾ, ਠੀਕ ਹੈ। ਅਤੇ ਉਹਨਾਂ ਨੂੰ ਕੀ ਆ? ਫਜ਼ੂਲ ਦੇ ਰੀਤੀ ਰਿਵਾਜ਼ਾਂ ਵਿੱਚ ਵਿਸ਼ਵਾਸ ਨਹੀਂ ਰੱਖਣਾ ਚਾਹੀਦਾ। 3 ਨੰਬਰ 'ਤੇ ਉਹਨਾਂ ਨੇ ਕਿਹਾ ਸੀ ਸੱਚਾ ਆਚਰਨ। ਇਹਦੇ ਵਿੱਚ ਕੀ ਹੈ ਕਿ ਮਨੁੱਖ ਨੂੰ ਹਮੇਸ਼ਾ ਸੱਚ ਬੋਲਣਾ ਚਾਹੀਦਾ ਅਤੇ ਪਵਿੱਤਰ ਜੀਵਨ ਬਤੀਤ ਕਰਨਾ ਚਾਹੀਦਾ। ਇਹ ਤਾਂ ਸੀ ਕਿ ਉਹਨਾਂ ਦੀ ਪਹਿਲੀ ਸਿੱਖਿਆ। ਦੂਜੀ ਸਿੱਖਿਆ ਉਹਨਾਂ ਨੇ ਦਿੱਤੀ ਆ ਅਹਿੰਸਾ ਦੀ। ਅਹਿੰਸਾ ਵਿੱਚ ਕੀ ਆ ਕਿ ਜੈਨ ਧਰਮ ਆ ਜਿਹੜਾ ਉਹਨੇ ਅਹਿੰਸਾ ਦੀ ਨੀਤੀ ਨੂੰ ਮੰਨਿਆ ਵਾ, ਠੀਕ ਆ। ਉਹਨਾਂ ਦਾ ਕੀ ਆ ਕਿ ਵਿਸ਼ਵ ਦੇ ਕਿਸੇ ਵੀ ਹੋਰ ਧਰਮ ਵਿੱਚ ਜਿਹੜੀ ਕੀ ਆ ਅਹਿੰਸਾ ਦੀ ਨੀਤੀ ਨੂੰ ਇਸ ਤਰ੍ਹਾਂ ਨਹੀਂ ਮੰਨਿਆ ਹੈਗਾ ਜਿਵੇਂ ਜੈਨ ਮੱਤ ਵਾਲਿਆਂ ਨੇ ਮੰਨਿਆ। ਇਹਦੇ ਵਿੱਚ ਇਹਦੀ ਆਧਾਰਸ਼ਿਲਾ ਵਾ ਜਿਹੜੀ ਉਹ ਇਹ ਆ ਕਿ ਕਿਸੇ ਨੂੰ ਠੇਸ ਨਹੀਂ ਪਹੁੰਚਾਉਣੀ, ਠੀਕ ਆ। ਕਿਸੇ ਵੀ ਜਾਨਦਾਰ ਚੀਜ਼ ਆ ਜਿਹੜੀ ਉਹਨੂੰ ਕਸ਼ਟ ਨਹੀਂ ਦੇਣਾ। ਜੈਨ ਦਰਸ਼ਨ ਦੇ ਅਨੁਸਾਰ ਕੀ ਆ? ਜੈਨ ਜਿਹੜਾ ਦਰਸ਼ਨ ਆ ਉਹਨਾਂ ਦੀ ਜਿਹੜੀ ਫਿਲੋਸਫੀ ਆ ਉਹਦੇ ਵਿੱਚ ਲਿਖਿਆ ਹੋਇਆ ਕਿ ਮਨੁੱਖ ਹੋ ਗਿਆ, ਪਸ਼ੂ ਹੋ ਗਿਆ, ਠੀਕ ਆ। ਇਹਨਾਂ ਤੋਂ ਇਲਾਵਾ ਜਿਹੜੇ ਰੁੱਖ ਨੇ, ਪੱਥਰ ਨੇ, ਇਹਨਾਂ ਵਿੱਚ ਵੀ ਕਹਿੰਦੇ ਜਾਨ ਹੁੰਦੀ ਆ। ਚਾਹੇ ਕੋਈ ਸੰਜੀਵ ਚੀਜ਼ ਆ, ਚਾਹੇ ਕੋਈ ਨਿਰਜੀਵ ਆ, ਕਿਸੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਣਾ, ਕੋਈ ਦੁੱਖ ਨਹੀਂ ਦੇਣਾ। ਇਸੇ ਉਦੇਸ਼ ਦੇ ਨਾਲ ਜਿਹੜੇ ਜੈਨ ਧਰਮ ਦੇ ਲੋਕ ਨੇ ਉਹ ਕੀ ਆ? ਨੰਗੇ ਪੈਰੀ ਚੱਲਦੇ ਆ, ਠੀਕ ਆ, ਤਾਂ ਕਿ ਉਹਨਾਂ ਦੇ ਪੈਰਾਂ ਥੱਲੇ ਆ ਕੇ ਕਿਸੇ ਜੀਵ ਜੰਤ ਦਾ ਜਿਹੜਾ ਵਾ ਮਰ ਨਾ ਜਾਵੇ ਕੋਈ। ਦੂਜੇ ਨੰਬਰ 'ਤੇ ਕੀ ਆ? ਆਪਣੇ ਮੂੰਹ ਉੱਪਰ ਪੱਟੀ ਬੰਨ੍ਹ ਕੇ ਰੱਖਦੇ ਆ, ਕਿਉਂ? ਕਹਿੰਦੇ ਜਿਹੜੇ ਹਵਾ ਵਿੱਚ ਸੂਖਮ ਜੀਵ ਹੁੰਦੇ ਆ ਉਹ ਨਾ ਮਰ ਜਾਣ। 3 ਨੰਬਰ 'ਤੇ ਪਾਣੀ ਛਾਣ ਕੇ ਪੀਂਦੇ ਆ, ਠੀਕ ਆ। ਅਤੇ ਸੂਰਜ ਛਿਪਣ ਤੋਂ ਪਹਿਲਾਂ ਹੀ ਜਿਹੜਾ ਕੀ ਆ ਉਹ ਭੋਜਨ ਕਰ ਲੈਂਦੇ ਆ। ਇਹ ਤਾਂ ਹੈਗਾ ਉਹਨਾਂ ਦਾ ਅਹਿੰਸਾ ਦਾ ਸਿਧਾਂਤ, ਇਹ ਦਿੱਤਾ ਵਾ ਸਿੱਖਿਆ। ਤੀਜੀ ਸਿੱਖਿਆ ਜਿਹੜੀ ਦਿੱਤੀ ਆ ਮਹਾਵੀਰ ਨੇ ਉਹ ਦਿੱਤੀ ਆ ਕਠੋਰ ਤਪ ਕਰਨਾ, ਠੀਕ ਆ। ਸਵਾਮੀ ਮਹਾਵੀਰ ਜਿਹੜੇ ਸੀਗੇ ਉਹਨਾਂ ਨੇ ਆਪ 12 ਸਾਲਾਂ ਦੀ ਜਿਹੜੀ ਸੀ ਕਠੋਰ ਤਪੱਸਿਆ ਕੀਤੀ ਸੀਗੀ, ਤਾਂ ਹੀ ਜਾ ਕੇ ਉਹਨਾਂ ਨੂੰ ਗਿਆਨ ਪ੍ਰਾਪਤ ਹੋਇਆ ਸੀ। ਤਾਂ ਕਰਕੇ ਆਪਣੇ ਜਿਹੜੇ ਪੈਰੋਕਾਰ ਨੇ ਉਹਨਾਂ ਨੂੰ ਵੀ ਉਪਦੇਸ਼ ਦਿੱਤਾ ਕਿ ਕਠੋਰ ਤਪ ਕਰੋ, ਠੀਕ ਆ। ਉਹਨਾਂ ਦਾ ਵਿਚਾਰ ਕੀ ਆ ਵੀ ਕਿਸੇ ਕਾਰਨ ਵੀ ਜੈਨੀ ਆ ਜਿਹੜੇ ਆਪਣੇ ਸਰੀਰ ਨੂੰ ਵੱਧ ਤੋਂ ਵੱਧ ਕਸ਼ਟ ਦਿੰਦੇ ਆ। ਅੱਗੇ ਹੈ 5 ਅਨੁਵਰਤ। 5 ਅਨੁਵਰਤ ਹੁਣ ਉਹਨਾਂ ਨੇ ਕਿਹੜੇ ਕਿਹੜੇ ਮੰਨਣ ਲਈ ਕਿਹਾ ਵਾ? ਪਹਿਲੇ ਨੰਬਰ 'ਤੇ ਕਿ ਮਨੁੱਖ ਨੂੰ ਹਮੇਸ਼ਾ ਸੱਚ ਬੋਲਣਾ ਚਾਹੀਦਾ, ਉਸ ਨੂੰ ਅਹਿੰਸਾ ਦੀ ਨੀਤੀ ਆ ਜਿਹੜੀ ਉਹਦੀ ਪਾਲਣਾ ਕਰਨੀ ਚਾਹੀਦੀ ਆ, ਠੀਕ ਹੈ। ਅਤੇ ਅੱਗੇ ਜਿਹੜਾ ਕੀ ਆ ਕਿ ਉਸ ਨੂੰ ਕੋਈ ਵੀ ਅਜਿਹੀ ਵਸਤੂ ਆਪਣੇ ਕੋਲ ਨਹੀਂ ਰੱਖਣੀ ਚਾਹੀਦੀ ਜਿਹੜੀ ਉਸ ਨੂੰ ਦਾਨ ਵਿੱਚ ਪ੍ਰਾਪਤ ਨਾ ਹੋਈ ਹੋਵੇ। ਫਿਰ ਚੌਥੇ ਨੰਬਰ 'ਤੇ ਉਹ ਕਹਿੰਦੇ ਉਸ ਨੂੰ ਆਪਣੇ ਕੋਲ ਧਨ ਨਹੀਂ ਰੱਖਣਾ ਚਾਹੀਦਾ। ਇਹ ਤਾਂ 4 ਸਿਧਾਂਤ ਜਿਹੜੇ ਸੀਗੇ ਪਹਿਲਾਂ ਤੋਂ ਹੀ ਜੈਨ ਧਰਮ ਦੇ ਵਿੱਚ ਦਿੱਤੇ ਹੋਏ ਸੀ। ਪਰ ਇੱਕ ਜਿਹੜਾ 5ਵਾਂ ਸਿਧਾਂਤ ਆ ਉਹ ਸਵਾਮੀ ਮਹਾਵੀਰ ਨੇ ਦਿੱਤਾ। ਉਹਦੇ ਵਿੱਚ ਕੀ ਆ ਕਿ ਉਸ ਨੂੰ ਜਿਹੜਾ ਕੋਈ ਵੀ ਵਿਅਕਤੀ ਆ ਉਹਨੂੰ
ਬ੍ਰਹਮਚਾਰੀਆ ਦਾ ਪਾਲਣ ਕਰਨਾ ਚਾਹੀਦਾ ਵਾ। ਠੀਕ ਆ, ਜਿਹੜੇ ਉੱਪਰਲੇ 4 ਸਿਧਾਂਤ ਆਪਾਂ ਪੜ੍ਹੇ ਆ, ਕਿਹੜੇ ਸੱਚ ਬੋਲਣਾ, ਅਹਿੰਸਾ ਦੀ ਪਾਲਣਾ ਕਰਨਾ, ਠੀਕ ਹੈ, ਦਾਨ ਤੋਂ ਬਿਨਾਂ ਕੋਈ ਵਸਤੂ ਕੋਲ ਨਹੀਂ ਰੱਖਣਾ ਤੇ ਧਨ ਨਹੀਂ ਰੱਖਣਾ। ਇਹ 4 ਤਾਂ ਦਿੱਤੇ ਸੀਗੇ ਪਾਰਸ਼ਵਨਾਥ ਨੇ। ਜਿਹੜਾ 5ਵਾਂ ਬ੍ਰਹਮਚਾਰੀ ਵਾਲਾ ਸਿਧਾਂਤ ਆ ਉਹ ਕਿਹਨੇ ਦਿੱਤਾ? ਸਵਾਮੀ ਮਹਾਵੀਰ ਜੈਨ ਨੇ। ਇਹ ਵੀ ਯਾਦ ਰੱਖਣਾ ਵਾ। 5ਵੀਂ ਜਿਹੜੀ ਉਹਨਾਂ ਨੇ ਸਿੱਖਿਆ ਦਿੱਤੀ ਆ ਉਹ ਹੈਗੀ ਹੈ ਸਮਾਨਤਾ ਵਿੱਚ ਵਿਸ਼ਵਾਸ, ਕਿ ਜੈਨ ਧਰਮ ਆ ਜਿਹੜਾ ਸਮਾਨਤਾ ਦੇ ਸਿਧਾਂਤਾਂ ਵਿੱਚ ਕੀ ਆ? ਵਿਸ਼ਵਾਸ ਰੱਖਦਾ ਵਾ। ਇਹਦੇ ਅਨੁਸਾਰ ਕੀ ਆ ਵੀ ਸਾਰੇ ਮਨੁੱਖ ਆ ਜਿਹੜੇ ਉਹ ਕੀ ਆ? ਬਰਾਬਰ ਨੇ। ਚਾਹੇ ਕੋਈ ਮਨੁੱਖ ਅਮੀਰ ਆ, ਚਾਹੇ ਗਰੀਬ ਆ, ਚਾਹੇ ਠੀਕ ਹੈ ਕਿਸੇ ਵੀ ਕਾਸਟ ਦਾ ਵਾ, ਉਹਦੇ ਨਾਲ ਕਿਸੇ ਵੀ ਤਰੀਕੇ ਨਾਲ ਕੋਈ ਵੀ ਊਚ ਨੀਚ ਜਾਂ ਭੇਦਭਾਵ ਨਹੀਂ ਕਰਨਾ ਚਾਹੀਦਾ। ਅਗਲਾ ਜਿਹੜਾ ਉਹਨਾਂ ਨੇ ਸਿੱਖਿਆ ਦਿੱਤੀ ਆਪਾਂ ਨੂੰ ਉਹ ਹੈਗੀ ਆ ਕਰਮ ਸਿਧਾਂਤ ਵਿੱਚ ਵਿਸ਼ਵਾਸ। ਸਵਾਮੀ ਮਹਾਵੀਰ ਕਹਿੰਦੇ ਆ ਕਿ ਜਿਹੜਾ ਕਰਮ ਸਿਧਾਂਤ ਆ ਉਹਦੇ ਵਿੱਚ ਪੂਰਾ ਵਿਸ਼ਵਾਸ ਰੱਖਦੇ ਨੇ ਉਹ। ਠੀਕ ਆ, ਕਰਮ ਸਿਧਾਂਤ ਵਿੱਚ ਵੀ ਹੁਣ ਮਤਲਬ ਕਿਵੇਂ ਰੱਖਦੇ ਆ? ਉਹ ਕਹਿੰਦੇ ਕਿ ਮਨੁੱਖ ਆ ਜਿਹੜੇ ਆਪਣੇ ਕਰਮਾਂ ਦਾ ਨਿਰਮਾਤਾ ਆਪ ਆ ਉਹ। ਠੀਕ ਆ, ਜਿਹੋ ਜਿਹੇ ਕੋਈ ਬੰਦਾ ਕਰਮ ਕਰਦਾ ਵਾ ਉਹੋ ਜਿਹਾ ਹੀ ਉਹਨੂੰ ਫਲ ਮਿਲਦਾ ਵਾ। ਇਹ ਤਾਂ ਆਪਾਂ ਆਮ ਵੀ ਅੱਜ ਦੇ ਸਮੇਂ ਵਿੱਚ ਸੁਣਦੇ ਹਾਂ। ਅੱਗੇ ਹੈ ਸ਼ੁੱਧ ਆਚਰਣ। ਸ਼ੁੱਧ ਆਚਰਣ ਦਾ ਮਤਲਬ ਕੀ ਆ? ਕਿ ਜਿਹੜਾ ਕੋਈ ਵੀ ਪਰਸਨ ਆ ਉਹਨੂੰ ਕੀ ਆ? ਚੋਰੀ ਨਹੀਂ ਕਰਨੀ ਚਾਹੀਦੀ, ਝੂਠ ਨਹੀਂ ਬੋਲਣਾ ਚਾਹੀਦਾ, ਚੁਗਲੀ ਨਹੀਂ ਕਰਨੀ ਚਾਹੀਦੀ, ਕੋਈ ਨਫ਼ਰਤ ਨਹੀਂ ਕਰਨੀ ਚਾਹੀਦੀ। ਠੀਕ ਹੈ, ਲਾਲਚ ਜਾਂ ਬੁਰਾਈਆਂ ਵਿੱਚ ਨਹੀਂ ਪੈਣਾ ਚਾਹੀਦਾ। ਇਹਨਾਂ ਸਾਰੀਆਂ ਚੀਜ਼ਾਂ ਤੋਂ ਦੂਰ ਰਹਿਣਾ ਚਾਹੀਦਾ ਵਾ। ਇਹਨਾਂ ਤੋਂ ਦੂਰ ਰਹਿਣ ਨਾਲ ਹੀ ਸਾਡਾ ਜਿਹੜਾ ਆਚਰਣ ਆ ਉਹ ਸ਼ੁੱਧ ਬਣਦਾ ਵਾ। ਅੱਗੇ ਹੈਗਾ 24 ਤੀਰਥੰਕਰਾਂ ਦੀ ਪੂਜਾ ਕਰਨਾ। ਫਿਰ ਆਪਾਂ ਪਿੱਛੇ ਜੇ ਕੁਐਸਚਨ ਵੀ ਹੁਣ ਪੜ੍ਹ ਕੇ ਹਟੇ ਹਾਂ ਕਿ ਜੈਨ ਧਰਮ ਵਿੱਚ ਕਿਹਨਾਂ ਦੀ ਪੂਜਾ ਕੀਤੀ ਜਾਂਦੀ ਹੈ? 24 ਤੀਰਥੰਕਰਾਂ ਦੀ ਪੂਜਾ ਕਰਨ ਵਿੱਚ ਵਿਸ਼ਵਾਸ ਰੱਖਦੇ ਨੇ ਉਹ। ਫਿਰ ਜੱਗ ਅਤੇ ਬਲੀਆਂ ਨੇ ਜਿਹੜੀਆਂ, ਠੀਕ ਆ, ਉਹਨਾਂ ਪ੍ਰਤੀ ਵੀ ਉਹ ਕੀ ਆ ਵਿਸ਼ਵਾਸ ਰੱਖਦੇ ਆ ਕਿ ਨਾ ਤਾਂ ਕੋਈ ਬਲੀ ਦੇਣੀ ਹੈ, ਨਾ ਹੀ ਕੋਈ ਜੱਗ ਦੇਣਾ ਵਾ। ਠੀਕ ਆ, ਧਰਮ ਆ ਜਿਹੜਾ ਬਿਲਕੁਲ ਸ਼ਰਧਾ ਰੱਖਣਾ ਹੈ। ਅੱਗੇ ਫਿਰ ਵੇਦਾਂ ਵਿੱਚ, ਠੀਕ ਆ, ਜਿਹੜੇ ਹਿੰਦੂਆਂ ਦੇ ਗ੍ਰੰਥ ਨੇ, ਵੇਦ ਨੇ, ਜਾਂ ਜਿਹੜੀ ਉਹਨਾਂ ਦੀ ਸੰਸਕ੍ਰਿਤ ਭਾਸ਼ਾ ਵਾ ਉਹਦੇ ਵਿੱਚ ਵੀ ਜੈਨ ਮਤ ਦਾ ਕੋਈ ਵਿਸ਼ਵਾਸ ਨਹੀਂ ਹੈਗਾ। ਫਿਰ ਹੈਗਾ ਈਸ਼ਵਰ ਆ ਜਿਹੜਾ, ਈਸ਼ਵਰ ਦੀ ਜਿਹੜੀ ਹੈਗੀ ਆ ਹੋਂਦ ਦੇ ਵਿੱਚ ਵੀ ਜੈਨ ਮਤ ਦਾ ਕੋਈ ਵਿਸ਼ਵਾਸ ਨਹੀਂ ਹੈਗਾ, ਕਿਉਂਕਿ ਉਹ ਆਤਮਾ ਦੀ ਹੋਂਦ ਆ ਜਿਹੜੀ ਉਹਦੇ ਵਿੱਚ ਹੀ ਵਿਸ਼ਵਾਸ ਰੱਖਦੇ ਆ ਅਤੇ ਜਿਹੜੀ ਮਨੁੱਖ ਦੀ ਆਤਮਾ ਵਾ ਉਹਨੂੰ ਕੀ ਆ? ਮਹਾਨ ਸ਼ਕਤੀ ਮੰਨਦੇ ਆ। ਲਾਸਟ ਵਿੱਚ ਹੈਗਾ ਕਿ ਨਿਰਵਾਣ, ਕਿ ਮਹਾਵੀਰ ਜੈਨ ਨੇ ਉਹਨਾਂ ਦਾ ਮੁੱਖ ਉਦੇਸ਼ ਕੀ ਆ? ਨਿਰਵਾਣ ਦੀ ਪ੍ਰਾਪਤੀ ਕਰਨਾ। ਜੈਨ ਮਤ ਦੇ ਵਿੱਚ ਨਿਰਵਾਣ ਤੋਂ ਕੀ ਭਾਵ ਆ? ਆਵਾਗੁਣ ਦੇ ਚੱਕਰ ਤੋਂ ਮੁਕਤੀ ਪ੍ਰਾਪਤ ਕਰਨੀ। ਇਹ ਜਿਹੜੀਆਂ ਨੇ ਸਵਾਮੀ ਮਹਾਵੀਰ ਦੀਆਂ 12 ਸਿੱਖਿਆਵਾਂ ਨੇ। ਅੱਗੇ ਹੈ ਦੋਵੇਂ ਸੰਪਰਦਾਵਾਂ ਦਾ ਮਤਭੇਦ ਕਿੱਥੋਂ ਤੱਕ ਸੀਮਿਤ ਸੀ? ਸਿਰਫ ਮੱਠਾਂ ਤੱਕ। ਜੈਨ ਧਰਮ ਦੇ ਵਿਦਵਾਨਾਂ ਨੇ ਆਪਣੇ ਗ੍ਰੰਥ ਕਿਹੜੀ ਭਾਸ਼ਾ ਵਿੱਚ ਲਿਖੇ? ਪ੍ਰਾਕ੍ਰਿਤ, ਗੁਜਰਾਤੀ, ਹਿੰਦੀ, ਮਰਾਠੀ, ਕੰਨੜ ਅਤੇ ਤਾਮਿਲ। ਯਾਨੀ ਕਿ ਉਸ ਸਮੇਂ ਦੇ ਲੋਕਾਂ ਦੀਆਂ ਜਿਹੜੀਆਂ ਮਤਲਬ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਸੀ ਉਹਨਾਂ ਵਿੱਚ ਇਹਨਾਂ ਨੇ ਆਪਣੇ ਸਾਹਿਤ ਦੀ ਰਚਨਾ ਕੀਤੀ ਆ, ਨਾ ਕਿ ਸੰਸਕ੍ਰਿਤ ਵਿੱਚ, ਕਿਉਂਕਿ ਸੰਸਕ੍ਰਿਤ ਭਾਸ਼ਾ ਵਿੱਚ ਕੀ ਸੀ? ਇਹਨਾਂ ਦਾ ਅਵਿਸ਼ਵਾਸ ਸੀਗਾ। ਜੈਨ ਧਰਮ ਦੇ ਪ੍ਰਸਿੱਧ ਮੰਦਰ ਕਿਹੜੇ ਹਨ? ਰਾਜਸਥਾਨ ਵਿੱਚ ਮਾਊਂਟ ਆਬੂ ਅਤੇ ਕਰਨਾਟਕ ਦੇ ਵਿੱਚ ਸ਼ਰਵਣ ਬੈਲਗੋਲਾ। ਜੈਨ ਮਤ ਵਾਲਿਆਂ ਨੇ ਲੋਕਾਂ ਦੀ ਭਲਾਈ ਲਈ ਕਿਹੜੀਆਂ ਸੰਸਥਾਵਾਂ ਦੀ ਸਥਾਪਨਾ ਕੀਤੀ? ਵਿੱਦਿਅਕ ਸੰਸਥਾਵਾਂ ਦੀ ਅਤੇ ਹਸਪਤਾਲਾਂ ਦੀ। ਦੇਖੋ ਅੱਜ ਦੇ ਟਾਈਮ ਦੇ ਵਿੱਚ ਵੀ ਆਪਣੇ ਪੰਜਾਬ ਦੇ ਵਿੱਚ ਵੀ ਕਾਫੀ ਜਿਹੜੇ ਨੇ ਜੈਨਾਂ ਦੇ ਸਕੂਲ ਨੇ, ਜੈਨੀ ਲੋਕਾਂ ਦੇ। ਠੀਕ ਆ, ਅਤੇ ਨਾਲ ਹੀ ਨਾਲ ਕਈ ਹੌਸਪੀਟਲ ਵੀ ਨੇ। ਬੁੱਧ ਧਰਮ ਦਾ ਸੰਸਥਾਪਕ ਕੌਣ ਸੀ? ਹੁਣ ਆਪਾਂ ਬੁੱਧ ਧਰਮ ਬਾਰੇ ਪੜ੍ਹਨਾ। ਉਹਨਾਂ ਦੇ ਜਿਹੜੇ ਬੁੱਧ ਧਰਮ ਦੇ ਸੰਸਥਾਪਕ ਸੀ ਉਹ ਕੌਣ ਸੀਗੇ? ਮਹਾਤਮਾ ਬੁੱਧ ਖੁਦ ਜਿਹੜੇ ਸੀਗੇ ਇਸ ਧਰਮ ਦੇ ਸੰਸਥਾਪਕ ਸੀਗੇ। ਠੀਕ ਆ, ਉਹਨਾਂ ਦੀਆਂ ਵੀ ਜਿਹੜੀਆਂ ਸਿੱਖਿਆਵਾਂ ਸੀਗੀਆਂ ਉਹ ਬੜੀਆਂ ਸਾਦੀਆਂ ਸੀ ਅਤੇ ਬਟ ਕੀ ਸੀਗੀਆਂ ਨਾਲ ਨਾਲ ਬਹੁਤ ਇਫੈਕਟਿਵ ਸੀਗੀਆਂ, ਬਹੁਤ ਪ੍ਰਭਾਵਸ਼ਾਲੀ ਸੀਗੀਆਂ। ਉਹਨਾਂ ਨੇ ਕੀ ਕੀਤਾ ਕਿ ਪੂਰੀ ਦੁਨੀਆ ਨੂੰ ਸ਼ਾਂਤੀ ਅਤੇ ਆਪਸੀ ਭਾਈਚਾਰੇ ਦਾ ਸੰਦੇਸ਼ ਦਿੱਤਾ। ਕਿਹਨੇ? ਮਹਾਤਮਾ ਬੁੱਧ ਨੇ। ਛੇਤੀ ਜਿਹੜਾ ਬੁੱਧ ਧਰਮ ਜਿਹੜਾ ਸੀਗਾ ਨਾ ਬਹੁਤ ਜਲਦੀ ਉਹ ਸਿਰਫ ਇਕੱਲੇ ਆਪਾਂ ਕਹਿ ਦਈਏ ਕਿ ਇੰਡੀਆ ਵਿੱਚ ਨਹੀਂ, ਪੂਰੇ ਵਰਲਡ ਦੇ ਵਿੱਚ ਬਹੁਤ ਫੇਮਸ ਹੋ ਗਿਆ ਸੀਗਾ, ਹਰਮਨ ਪਿਆਰਾ ਹੋ ਗਿਆ ਸੀ ਬਹੁਤ। ਮਹਾਤਮਾ ਬੁੱਧ ਦਾ ਜਨਮ ਕਦੋਂ ਹੋਇਆ? 567 ਈਸਵੀ ਪੂਰਬ ਦੇ ਵਿੱਚ ਜਿਹੜਾ ਵਾ ਮਹਾਤਮਾ ਬੁੱਧ ਦਾ ਜਨਮ ਹੋਇਆ ਵਾ। ਮਹਾਤਮਾ ਬੁੱਧ ਦਾ ਜਨਮ ਕਿੱਥੇ ਹੋਇਆ? ਕਪਿਲਵਸਤੂ ਨੇੜੇ ਲੁੰਬਨੀ ਪਿੰਡ ਵਿੱਚ। ਮਹਾਤਮਾ ਬੁੱਧ ਦੇ ਪਿਤਾ ਦਾ ਨਾਂ ਕੀ ਸੀ? ਸ਼ਧੋਦਨ। ਮਹਾਤਮਾ ਬੁੱਧ ਦੀ ਮਾਤਾ ਦਾ ਨਾਂ ਕੀ ਸੀ? ਮਹਾਮਾਇਆ। ਮਹਾਤਮਾ ਬੁੱਧ ਦਾ ਪਾਲਣ ਪੋਸ਼ਣ ਕਿਸ ਨੇ ਕੀਤਾ? ਉਹਨਾਂ ਦੀ ਮਾਸੀ ਪ੍ਰਜਾਪਤੀ ਗੌਤਮੀ ਨੇ। ਦੇਖੋ ਜਿਹੜੇ ਮਹਾਤਮਾ ਬੁੱਧ ਸੀ, ਠੀਕ ਆ, ਜਦੋਂ ਉਹਨਾਂ ਦਾ ਜਨਮ ਹੋਇਆ ਤਾਂ ਉਹ ਤੋਂ 7 ਦਿਨ ਬਾਅਦ ਜਿਹੜਾ ਸੀਗਾ ਉਹਨਾਂ ਦੀ ਮਾਤਾ ਜਿਹੜੇ ਸੀ ਮਹਾਮਾਇਆ, ਉਹਨਾਂ ਦਾ ਦੇਹਾਂਤ ਹੋ ਗਿਆ ਸੀ। ਤਾਂ ਕਰਕੇ ਉਹਨਾਂ ਦਾ ਜਿਹੜਾ ਪਾਲਣ ਪੋਸ਼ਣ ਆ ਕਿਹਨੇ ਕੀਤਾ? ਉਹਨਾਂ ਦੀ ਮਾਸੀ ਪ੍ਰਜਾਪਤੀ ਗੌਤਮੀ ਨੇ। ਅਤੇ ਗੌਤਮੀ ਦੇ ਪਾਲਣ ਪੋਸ਼ਣ ਕਰਕੇ ਜਿਹੜਾ ਮਹਾਤਮਾ ਬੁੱਧ ਨੇ ਉਹਨਾਂ ਦਾ ਨਾਮ ਗੌਤਮ ਬੁੱਧ ਵੀ ਸੀਗਾ। ਅੱਗੇ ਹੈ ਮਹਾਤਮਾ ਬੁੱਧ ਦੇ ਪਿਤਾ ਕਿਹੜੇ ਗਣਰਾਜ ਦੇ ਮੁਖੀ ਸਨ? ਸਾਕਿਆ ਗਣਰਾਜ ਦੇ ਮੁਖੀ ਸੀ। ਸਾਕਿਆ ਗਣਰਾਜ ਦੀ ਰਾਜਧਾਨੀ ਕਿਹੜੀ ਸੀ?
ਕਪਿਲਵਸਤੂ। ਇਸੇ ਕਰਕੇ ਦੇਖੋ ਜਿਹੜੇ ਉਹਨਾਂ ਦੇ ਪਿਤਾ ਸੀ ਇੱਕ ਰਾਜਾ ਸੀਗੇ, ਠੀਕ ਹੈ, ਇੱਕ ਸ਼ਾਕਿਆ ਗਣਰਾਜ ਦੇ ਮੁਖੀ ਸੀ, ਅਤੇ ਉਹਨਾਂ ਦੀ ਰਾਜਧਾਨੀ ਕਪਿਲਵਸਤੂ ਸੀ। ਤਾਂ ਕਰਕੇ ਜਿਹੜੇ ਮਹਾਤਮਾ ਬੁੱਧ ਸੀ ਉਹ ਵੀ ਕਿਸੇ ਇੱਕ ਤਰ੍ਹਾਂ ਨਾਲ ਇੱਕ ਰਾਜਕੁਮਾਰ ਸੀਗੇ। ਮਹਾਤਮਾ ਬੁੱਧ ਦੇ ਜਨਮ ਸਮੇਂ ਕਿਹੜੇ ਰਿਸ਼ੀ ਨੇ ਭਵਿੱਖਬਾਣੀ ਕੀਤੀ ਸੀ ਕਿ ਬੱਚਾ ਵੱਡਾ ਹੋ ਕੇ ਦੁਨੀਆ ਦਾ ਮਹਾਨ ਸਮਰਾਟ ਜਾਂ ਮਹਾਨ ਜਿਹੜਾ ਧਾਰਮਿਕ ਪੁਰਸ਼ ਬਣੇਗਾ? ਰਿਸ਼ੀ ਆਸਿਤ ਨੇ ਜਿਹੜੀ ਸੀ ਇਹ ਗੱਲ ਕਹੀ ਸੀ। ਮਹਾਤਮਾ ਬੁੱਧ ਦੇ ਬਚਪਨ ਦਾ ਨਾਮ ਕੀ ਸੀ? ਸਿਧਾਰਥ। ਮਹਾਤਮਾ ਬੁੱਧ ਦੇ ਜਨਮ ਤੋਂ ਕਿੰਨੇ ਦਿਨ ਬਾਅਦ ਉਸਦੀ ਮਾਤਾ ਦਾ ਦੇਹਾਂਤ ਹੋ ਗਿਆ ਸੀ? 7 ਦਿਨ ਬਾਅਦ। ਮਹਾਤਮਾ ਬੁੱਧ ਦਾ ਵਿਆਹ ਕਿਸ ਨਾਲ ਹੋਇਆ? ਰਾਜਕੁਮਾਰੀ ਯਸ਼ੋਧਰਾ ਦੇ ਨਾਲ ਮਹਾਤਮਾ ਬੁੱਧ ਦਾ ਵਿਆਹ ਹੋਇਆ ਸੀਗਾ, ਉਹ ਵੀ 16 ਸਾਲ ਦੀ ਉਮਰ ਦੇ ਵਿੱਚ। ਕਿਉਂਕਿ ਦੇਖੋ ਜਿਹੜੇ ਉਹਨਾਂ ਦੇ ਪਿਤਾ ਸੀਗੇ ਸੁਯੋਧਨ ਸੀਗੇ, ਠੀਕ ਆ, ਉਹ ਚਾਹੁੰਦੇ ਸੀ ਕਿ ਸਿਧਾਰਥ ਦੇ ਮਨ ਪਰਚਾਵੇ ਦੇ ਲਈ ਹਰ ਤਰੀਕੇ ਦਾ ਪ੍ਰਬੰਧ ਕੀਤਾ ਜਾਵੇ, ਠੀਕ ਆ, ਤਾਂ ਕਿ ਉਹ ਕੀ ਹੈ ਇੱਕ ਮਹਾਨ ਸਮਰਾਟ ਬਣ ਸਕੇ, ਉਹਦਾ ਪੁੱਤਰ ਆ ਜਿਹੜਾ, ਠੀਕ ਹੈ। ਕਿਸੇ ਵੀ ਤਰ੍ਹਾਂ ਜਿਹੜਾ ਸੀਗਾ ਉਹ ਸਿਧਾਰਥ ਦਾ ਧਿਆਨ ਜਿਹੜਾ ਸੀ ਅਧਿਆਤਮਿਕ ਵਿਚਾਰਾਂ ਤੋਂ ਹਟਾਉਣਾ ਚਾਹੁੰਦੇ ਸੀ ਅਤੇ ਰਾਜ ਦਰਬਾਰ ਵੱਲ ਲਗਾਉਣਾ ਚਾਹੁੰਦੇ ਸੀਗੇ। ਤਾਂ ਕਰਕੇ ਉਹਨਾਂ ਨੇ ਕੀ ਕੀਤਾ ਵੀ ਇਸੇ ਉਦੇਸ਼ ਦੇ ਨਾਲ 16 ਸਾਲ ਦੀ ਉਮਰ ਵਿੱਚ ਉਹਨਾਂ ਦਾ ਵਿਆਹ ਕਿਹਦੇ ਨਾਲ ਕਰਤਾ? ਰਾਜਕੁਮਾਰੀ ਯਸ਼ੋਧਰਾ ਦੇ ਨਾਲ। ਮਹਾਤਮਾ ਬੁੱਧ ਦੇ ਪੁੱਤਰ ਦਾ ਨਾਂ ਕੀ ਸੀ? ਰਾਹੁਲ। ਦੇਖੋ ਫਿਰ ਵਿਆਹ ਤੋਂ ਬਾਅਦ ਜਿਹੜੇ ਸੀ ਉਹਨਾਂ ਦੇ ਘਰ ਪੁੱਤਰ ਦੀ ਪ੍ਰਾਪਤੀ ਹੋਈ, ਉਹਦਾ ਨਾਮ ਉਹਨਾਂ ਨੇ ਕੀ ਰੱਖਿਆ? ਰਾਹੁਲ ਰੱਖਿਆ। ਰਾਹੁਲ ਦਾ ਸ਼ਾਬਦਿਕ ਅਰਥ ਕੀ ਹੈ? ਬੰਧਨ। ਪਰ ਜਿਹੜੇ ਮਹਾਤਮਾ ਬੁੱਧ ਸੀ ਹਲੇ ਵੀ ਕੀ ਸੀਗਾ, ਉਹ ਉਦਾਸੀਨ ਸੋਚ ਵਿੱਚ ਮਗਨ ਰਹਿੰਦੇ ਸੀਗੇ ਅਤੇ ਗ੍ਰਹਿਸਥੀ ਜੀਵਨ ਜਿਹੜਾ ਸੀਗਾ, ਠੀਕ ਆ, ਅਤੇ ਜਾਂ ਜਿਹੜੇ ਵੀ ਸੰਚਾਰ ਮਤਲਬ ਕਿਸੇ ਵੀ ਤਰ੍ਹਾਂ ਦੇ ਸੰਸਾਰਕ ਕੰਮ ਸੀਗੇ ਜਾਂ ਉਹਨਾਂ ਦਾ ਗ੍ਰਹਿਸਥੀ ਜੀਵਨ ਸੀ, ਇਹਨਾਂ ਸਾਰੀਆਂ ਚੀਜ਼ਾਂ ਵਿੱਚ ਉਹਨਾਂ ਦਾ ਕੋਈ ਇੰਟਰਸਟ ਨਹੀਂ ਸੀਗਾ, ਕਿਉਂਕਿ ਉਹ ਇੱਕ ਤਰ੍ਹਾਂ ਨਾਲ ਸੱਚੇ ਗਿਆਨ ਦੀ ਤਲਾਸ਼ ਵਿੱਚ ਸੀਗੇ, ਠੀਕ ਆ। ਫਿਰ ਉਹਦੇ ਲਈ ਇਹਨਾਂ ਨੇ ਕੀ ਕੀਤਾ ਕਿ ਇੱਕ ਵਾਰ ਆਪਣਾ ਜਿਹੜਾ ਸਾਰਥੀ ਸੀ ਨਾ, ਜਿਹੜਾ ਉਹਨਾਂ ਦਾ ਰੱਥਵਾਨ ਸੀਗਾ, ਚੰਨ ਸੀ ਉਹਦਾ ਨਾਂ, ਚੰਨ, ਉਹਨੂੰ ਲੈ ਕੇ ਮਹਿਲਾਂ ਤੋਂ ਬਾਹਰ ਗਏ, ਠੀਕ ਆ। ਬਾਹਰ ਜਾ ਕੇ ਉਹਨਾਂ ਨੇ ਰਸਤੇ ਵਿੱਚ ਕੀ ਦੇਖਿਆ? ਸਭ ਤੋਂ ਪਹਿਲਾਂ ਇੱਕ ਬੁੱਢਾ ਆਦਮੀ ਦੇਖਿਆ, ਫਿਰ ਇੱਕ ਰੋਗੀ ਦੇਖਿਆ, ਫਿਰ ਇੱਕ ਆਦਮੀ ਹੈ ਜਿਹੜਾ ਅਰਥੀ 'ਤੇ ਮਤਲਬ ਉਹਨੂੰ ਲਈ ਜਾਂਦੇ ਸੀ ਉਹ ਦੇਖਿਆ, ਜਾਣੀ ਕਿ ਇੱਕ ਮ੍ਰਿਤਕ ਸਰੀਰ ਦੇਖਿਆ, ਫਿਰ ਇੱਕ ਸਾਧੂ ਵੇਖਿਆ, ਠੀਕ ਆ। ਉਹਨੇ ਸਾਰਿਆਂ ਨੂੰ ਦੇਖ ਕੇ ਅੰਦਾਜ਼ਾ ਲਾ ਲਿਆ, ਉਹਨਾਂ ਦੇ ਮਨ 'ਤੇ ਇੰਨਾ ਡੂੰਘਾ ਪ੍ਰਭਾਵ ਪਿਆ, ਉਹਨਾਂ ਨੇ ਮਤਲਬ ਇਹ ਸੋਚ ਲਿਆ ਕਿ ਜਿਹੜਾ ਸੰਸਾਰ ਆ ਉਹ ਕੀ ਅਸਲ ਵਿੱਚ ਦੁੱਖਾਂ ਦਾ ਘਰ ਵਾ, ਠੀਕ ਹੈ। ਕਿਉਂਕਿ ਜਿਹੜਾ ਬੁੱਢਾ ਆਦਮੀ ਉਹ ਵੀ ਦੁਖੀ ਆ, ਰੋਗੀ ਉਹ ਵੀ ਦੁਖੀ ਆ, ਠੀਕ ਆ, ਜਿਹੜਾ ਬੰਦਾ ਮਰ ਗਿਆ ਉਹਦਾ ਵੀ ਸਾਰਾ ਪਰਿਵਾਰ, ਉਹਦੇ ਸਾਰੇ ਸਾਕ ਸੰਬੰਧੀ ਦੁਖੀ ਆ, ਅਤੇ ਜਿਹੜਾ ਸਾਧੂ ਆ ਫਿਰ ਉਹਨਾਂ ਨੇ ਉਹ ਦੇਖਿਆ ਕਿ ਉਹਦੇ ਮਤਲਬ ਕੁਛ ਸ਼ਾਂਤੀ ਆ। ਤਾਂ ਉਹਨੇ ਇਹ ਸਾਰਾ ਕੁਛ ਦੇਖ ਕੇ ਮਹਾਤਮਾ ਬੁੱਧ ਨੇ ਆਪਣੇ ਮਨ ਵਿੱਚ ਫੈਸਲਾ ਕਰ ਲਿਆ ਕਿ ਇਸ ਚੀਜ਼ ਦਾ ਆਪਣੇ ਘਰ ਨੂੰ ਤਿਆਗ ਦੇਣ ਦਾ ਨਿਸ਼ਚਾ ਕਰ ਲਿਆ। ਨਿਸ਼ਚਾ ਕਰਕੇ ਕੀ ਹੋਇਆ ਕਿ ਆਖਰ ਇੱਕ ਰਾਤ ਉਹਨਾਂ ਨੇ ਕੀ ਕੀਤਾ ਕਿ ਆਪਣੀ ਪਤਨੀ ਅਤੇ ਆਪਣੇ ਜਿਹੜਾ ਪੁੱਤਰ ਸੀਗਾ ਉਹਦੇ ਸੁੱਤਿਆਂ ਹੋਇਆ ਜਿਹੜਾ ਸੀਗਾ ਆਪਣਾ ਘਰ ਛੱਡ ਕੇ ਸੱਚ ਦੀ ਖੋਜ ਵਿੱਚ ਉਹ ਚਲੇ ਗਏ ਸੀ, ਉਹਨਾਂ ਨੂੰ ਸੁੱਤੇ ਪਏ ਛੱਡ ਕੇ। ਅਤੇ ਇਸ ਘਟਨਾ ਨੂੰ ਬੁੱਧ ਧਰਮ ਵਿੱਚ ਮਹਾਬਨਿਸ਼ਕਰਮਨ ਕਿਹਾ ਜਾਂਦਾ ਵਾ। ਜਦੋਂ ਮਤਲਬ ਉਹ ਘਰ ਛੱਡ ਕੇ ਗਏ ਸੀ ਉਸ ਟਾਈਮ ਦੇ ਵਿੱਚ ਉਹਨਾਂ ਦੀ ਉਮਰ 29 ਸਾਲ ਦੀ ਸੀਗੀ। ਅੱਗੇ ਲਿਖਿਆ ਹੋਇਆ ਕੁਐਸਚਨ, ਮਹਾਤਮਾ ਬੁੱਧ ਕਿੰਨੇ ਸਾਲ ਦੀ ਉਮਰ ਵਿੱਚ ਘਰ ਛੱਡ ਦਿੱਤਾ? 29 ਸਾਲ ਦੀ ਉਮਰ ਦੇ ਵਿੱਚ। ਮਹਾਤਮਾ ਬੁੱਧ ਨੂੰ ਗਿਆਨ ਦੀ ਪ੍ਰਾਪਤੀ ਕਿੱਥੇ ਹੋਈ? ਬੋਧ ਗਯਾ ਵਿਖੇ। ਬੋਧ ਗਯਾ ਕਿੱਥੇ ਸਥਿਤ ਹੈ? ਬਿਹਾਰ ਦੇ ਵਿੱਚ। ਮਹਾਤਮਾ ਬੁੱਧ ਨੂੰ ਗਿਆਨ ਪ੍ਰਾਪਤੀ ਕਿਹੜੇ ਰੁੱਖ ਦੇ ਹੇਠਾਂ ਹੋਈ? ਪਿੱਪਲ ਦੇ ਰੁੱਖ ਦੇ ਹੇਠਾਂ। ਮਹਾਤਮਾ ਬੁੱਧ ਨੂੰ ਗਿਆਨ ਦੀ ਪ੍ਰਾਪਤੀ ਕਿਹੜੀ ਨਦੀ ਦੇ ਤੱਟ 'ਤੇ ਹੋਈ? ਨਿਰੰਜਨਾ ਜਾਂ ਫਲਗੂ ਨਦੀ ਦੇ ਤੱਟ 'ਤੇ। ਜਿਸ ਰੁੱਖ ਦੇ ਹੇਠਾਂ ਮਹਾਤਮਾ ਬੁੱਧ ਨੂੰ ਗਿਆਨ ਦੀ ਪ੍ਰਾਪਤੀ ਹੋਈ ਉਸ ਰੁੱਖ ਨੂੰ ਕਿਹੜੇ ਨਾਮ ਨਾਲ ਜਾਣਿਆ ਜਾਂਦਾ ਹੈ? ਮਹਾਬੋਧੀ ਰੁੱਖ। ਗਿਆਨ ਪ੍ਰਾਪਤੀ ਸਮੇਂ ਮਹਾਤਮਾ ਬੁੱਧ ਦੀ ਉਮਰ ਕਿੰਨੀ ਸੀ? 35 ਸਾਲ। ਮਹਾਤਮਾ ਬੁੱਧ ਨੇ ਆਪਣਾ ਪਹਿਲਾ ਉਪਦੇਸ਼ ਕਿੱਥੇ ਦਿੱਤਾ? ਬਨਾਰਸ ਦੇ ਕੋਲ ਸਾਰਨਾਥ ਵਿਖੇ। ਦੇਖੋ ਪਹਿਲਾਂ ਜਦੋਂ ਹੁਣ ਉਹਨਾਂ ਨੇ ਘਰ ਤਿਆਗਤਾ, ਠੀਕ ਆ, ਆਪਣਾ ਘਰ ਤਿਆਗਣ ਤੋਂ ਬਾਅਦ ਕੀ ਸੀ ਕਿ ਜਿਹੜੇ ਮਹਾਤਮਾ ਬੁੱਧ ਸੀ ਨਾ ਉਹ ਮਗਧ ਦੀ ਰਾਜਧਾਨੀ ਰਾਜਗ੍ਰਹਿ 'ਚ ਪਹੁੰਚ ਗਏ ਸੀਗੇ, ਠੀਕ ਆ। ਉੱਥੇ ਉਹਨਾਂ ਨੂੰ 2 ਗੁਰੂ ਮਿਲੇ। ਪਹਿਲੇ ਦਾ ਨਾਮ ਕੀ ਸੀ? ਅਲਾਰ ਕਲਾਮ। ਦੂਜੇ ਦਾ ਨਾਮ ਕੀ ਸੀ? ਉਦਰਕ, ਠੀਕ ਆ। ਉਹਨਾਂ ਨੇ ਦੋਨਾਂ ਕੋਲੋਂ ਸਿੱਖਿਆ ਪ੍ਰਾਪਤ ਕੀਤੀ, ਪਰ ਫਿਰ ਵੀ ਕੀ ਸੀ ਉਹਨਾਂ ਦਾ ਮਨ ਜਿਹੜਾ ਸੀ ਉਹ ਸੈਟਿਸਫਾਈਡ ਨਹੀਂ ਹੋਇਆ ਸੀਗਾ। ਫਿਰ ਉਹਨਾਂ ਨੇ ਕੀ ਕੀਤਾ ਕਿ ਆਪਣੇ 5 ਸਾਥੀਆਂ ਨੂੰ ਨਾਲ ਲੈ ਕੇ ਜੰਗਲਾਂ ਵੱਲ ਚਲੇ ਗਏ। ਇੱਥੇ ਉਹਨਾਂ ਨੇ 6 ਸਾਲ ਲਗਾਤਾਰ ਤਪ ਕੀਤਾ, ਫਿਰ ਵੀ ਉਹਨਾਂ ਨੂੰ ਗਿਆਨ ਪ੍ਰਾਪਤੀ ਨਹੀਂ ਹੋਈ, ਠੀਕ ਆ। ਤਾਂ ਉਹਨਾਂ ਨੇ ਕੀ ਕੀਤਾ ਕਿ ਉਹ 5 ਸਾਥੀ ਜਿਹੜੇ ਸੀ ਉਹਨਾਂ ਦਾ ਵੀ ਸਾਥ ਛੱਡਤਾ। ਹੁਣ ਜਿਹੜੇ ਸੀਗੇ ਸਿਧਾਰਥ ਸੀ ਉਹਨਾਂ ਕਿੱਥੇ ਚਲੇ ਗਏ? ਬੋਧ ਗਿਆ ਵਿਖੇ ਚਲੇ ਗਏ, ਠੀਕ ਆ। ਇੱਥੇ ਉਹਨਾਂ ਨੇ ਕੀ ਕੀਤਾ, ਇੱਕ ਪਿੱਪਲ ਦੇ ਰੁੱਖ ਦੇ ਹੇਠਾਂ ਸਮਾਧੀ ਲਗਾ ਕੇ ਬੈਠ ਗਏ, ਅਤੇ 48 ਦਿਨਾਂ ਦੀ ਜਿਹੜੀ ਸਮਾਧੀ ਸੀ ਉਹਦੇ ਮਗਰੋਂ ਪੂਰਨਮਾਸ਼ੀ ਵਾਲੇ ਦਿਨ ਉਹਨਾਂ ਨੂੰ ਸਰਬ ਉੱਚ ਗਿਆਨ ਦੀ ਪ੍ਰਾਪਤੀ ਹੋਈ ਸੀਗੀ, ਠੀਕ ਹੈ।
ਤੇ ਇਸ ਕਾਰਨ ਹੀ ਜਿਹੜੇ ਕੀ ਆ ਉਹ ਬੁੱਧ ਅਖਵਾਏ ਸੀਗੇ ਜਦੋਂ ਉਹਨਾਂ ਨੂੰ ਗਿਆਨ ਦੀ ਪ੍ਰਾਪਤੀ ਹੋ ਗਈ ਸੀਗੀ। ਉਹ ਰੁੱਖ ਦੇ ਥੱਲੇ ਬੈਠ ਕੇ ਉਹਨਾਂ ਨੇ ਤਪ ਕੀਤਾ ਸੀ 48 ਦਿਨ ਲਈ, ਉਸ ਰੁੱਖ ਨੂੰ ਮਹਾਬੋਧੀ ਰੁੱਖ ਕਿਹਾ ਜਾਂਦਾ ਵਾ। ਠੀਕ ਆ। ਤੇ ਜਦੋਂ ਉਹਨਾਂ ਨੇ ਗਿਆਨ ਪ੍ਰਾਪਤੀ ਕੀਤੀ ਉਸ ਟਾਈਮ ਉਹਨਾਂ ਦੀ ਉਮਰ ਕਿੰਨੀ ਸੀ? 35 ਸਾਲ। ਅੱਗੇ ਹੈ, ਮਹਾਤਮਾ ਬੁੱਧ ਨੇ ਆਪਣਾ ਪਹਿਲਾ ਉਪਦੇਸ਼ ਕਿੱਥੇ ਦਿੱਤਾ? ਬਨਾਰਸ ਦੇ ਕੋਲ ਸਾਰਨਾਥ ਵਿਖੇ। ਮਹਾਤਮਾ ਬੁੱਧ ਨੇ ਪਹਿਲਾ ਉਪਦੇਸ਼ ਕਿਸ ਨੂੰ ਦਿੱਤਾ? ਆਪਣੇ 5 ਸਾਥੀਆਂ ਨੂੰ। ਦੇਖੋ ਪਹਿਲਾ ਉਪਦੇਸ਼ ਉਹਨੇ ਕਿਹਨੂੰ ਦਿੱਤਾ? ਬਨਾਰਸ ਦੇ ਵਿੱਚ, ਉਹ ਵੀ ਕਿਹਨੂੰ? ਆਪਣੇ 5 ਸਾਥੀਆਂ ਨੂੰ, ਜਿਹੜੇ ਉਹਨਾਂ ਦੇ ਪੈਰੋਕਾਰ ਬਣੇ ਹੋਏ ਸੀ। ਮਹਾਤਮਾ ਬੁੱਧ ਦੇ ਪਹਿਲੇ ਉਪਦੇਸ਼ ਨੂੰ ਬੁੱਧ ਧਰਮ ਵਿੱਚ ਕੀ ਕਿਹਾ ਜਾਂਦਾ ਹੈ? ਧਰਮ ਚੱਕਰ ਪਰਿਵਰਤਨ ਦੇ ਨਾਮ ਨਾਲ ਜਾਣਿਆ ਜਾਂਦਾ। ਮਹਾਤਮਾ ਬੁੱਧ ਨੇ ਆਪਣਾ ਸਰੀਰ ਕਦੋਂ ਛੱਡਿਆ? 487 ਈਸਵੀ ਪੂਰਵ ਦੇ ਵਿੱਚ। ਉਦੋਂ ਕਰੀਬ ਉਹ ਜਿਹੜੇ ਸੀਗੇ 80 ਵਰ੍ਹਿਆਂ ਦੇ ਸੀਗੇ ਜਦੋਂ ਉਹਨਾਂ ਨੇ ਆਪਣਾ ਸਰੀਰ ਜਿਹੜਾ ਸੀ ਤਿਆਗਤਾ ਸੀਗਾ। ਦੇਖੋ ਆਪਾਂ ਉਹਨਾਂ ਨੇ ਧਰਮ ਪ੍ਰਚਾਰ ਦੇ ਬਾਰੇ ਦੇਖਿਆ, ਠੀਕ ਹੈ, ਕਿ ਸਭ ਤੋਂ ਪਹਿਲਾਂ ਉਹਨਾਂ ਨੇ ਕੀ ਆ, ਬਨਾਰਸ ਦੇ ਕੋਲ ਜਿਹੜਾ ਸੀ ਸਾਰਨਾਥ ਨਾਂ ਦੇ ਸਥਾਨ 'ਤੇ ਆਪਣਾ ਪਹਿਲਾ ਉਪਦੇਸ਼ ਦਿੱਤਾ ਸੀ। ਇਹ ਕੁਐਸਚਨ ਪੁੱਛ ਲਿਆ ਜਾਂਦਾ ਕਿ ਮਹਾਤਮਾ ਬੁੱਧ ਨੇ ਆਪਣਾ ਪਹਿਲਾ ਉਪਦੇਸ਼ ਕਿੱਥੇ ਦਿੱਤਾ? ਸਾਰਨਾਥ। ਠੀਕ ਹੈ। ਤੇ ਮਹਾਤਮਾ ਬੁੱਧ ਨੇ ਆਪਣਾ ਪਹਿਲਾ ਉਪਦੇਸ਼ ਦਿੱਤਾ ਕਿਹਨੂੰ? ਆਪਣੇ 5 ਸਾਥੀਆਂ ਨੂੰ ਦਿੱਤਾ ਸੀਗਾ। ਠੀਕ ਆ। ਤੇ ਉਹ ਵੀ ਕੀ ਸੀ? ਬੁੱਧ ਦੇ ਪੈਰੋਕਾਰ ਬਣ ਗਏ ਸੀ। ਤੇ ਜਿਹੜਾ ਉਹਨਾਂ ਨੇ ਪਹਿਲਾ ਉਪਦੇਸ਼ ਦਿੱਤਾ ਉਹਨੂੰ ਬੁੱਧ ਧਰਮ ਵਿੱਚ ਕੀ ਕਹਿੰਦੇ ਆ? ਧਰਮ ਚੱਕਰ ਪਰਿਵਰਤਨ ਦੇ ਨਾਮ ਨਾਲ ਉਹਨੂੰ ਜਾਣਿਆ ਜਾਂਦਾ ਵਾ। ਇਸੇ ਤਰ੍ਹਾਂ ਕਹਿੰਦੇ ਉਹ ਲਗਾਤਾਰ 45 ਵਰ੍ਹੇ ਜਿਹੜੇ ਸੀਗੇ ਥਾਵਾਂ ਥਾਵਾਂ 'ਤੇ ਜਾਂਦੇ ਰਹੇ ਅਤੇ ਆਪਣੇ ਉਪਦੇਸ਼ਾਂ ਦਾ ਜਿਹੜਾ ਸੀ ਪ੍ਰਚਾਰ ਕਰਦੇ ਰਹੇ, ਕਿਉਂਕਿ ਉਹਨਾਂ ਦੇ ਉਪਦੇਸ਼ ਸਰਲ ਹੁੰਦੇ ਸੀਗੇ, ਲੋਕਾਂ ਦੇ ਮਨਾਂ 'ਤੇ ਉਹਨਾਂ ਦਾ ਬਹੁਤ ਡੂੰਘਾ ਅਸਰ ਪੈਂਦਾ ਸੀਗਾ, ਤਾਂ ਕਰਕੇ ਲੋਕ ਜਲਦੀ ਜਿਹੜੇ ਸੀ ਉਹਨਾਂ ਦੇ ਚੇਲੇ ਬਣ ਜਾਂਦੇ ਸੀਗੇ। ਇਹ ਤੋਂ ਬਿਨਾਂ ਕੀ ਸੀਗਾ ਕਿ ਬੁੱਧ ਦੇ ਜਿਹੜੇ ਪੈਰੋਕਾਰ ਸੀ ਰਾਜੇ ਵੀ ਬਣੇ ਹੋਏ ਸੀ। ਕਿਹੜੇ ਕਿਹੜੇ? ਮਗਧ ਦਾ ਬਿੰਬੀਸਾਰ ਹੋ ਗਿਆ, ਅਜਾਤ ਸ਼ਤਰੂ ਹੋ ਗਿਆ, ਠੀਕ ਆ, ਕੌਸ਼ਲ ਦਾ ਪ੍ਰਸੇਨਜਿਤ ਹੋ ਗਿਆ। ਇਹ ਤੋਂ ਬਿਨਾਂ ਕੌਸਾਂਬੀ ਦਾ ਉਦਯਨ ਨਾਂ ਦਾ ਸ਼ਾਸਕ ਸੀਗਾ। ਵਿਸ਼ਾਲੀ ਦੀ ਇੱਕ ਪ੍ਰਸਿੱਧ ਪੇਸ਼ਵਾ ਸੀਗੀ ਅਮਰਪਾਲੀ। ਅਤੇ ਕਪਿਲਵਸਤੂ ਦਾ ਸ਼ਾਸਕ ਸ਼ੁਧੋਧਨ ਜਿਹੜਾ ਖੁਦ ਬੁੱਧ ਦਾ ਇੱਕ ਪਿਤਾ ਸੀਗਾ, ਹੈ ਨਾ। ਈਵਨ ਕਿ ਉਹਦੇ ਪਿਤਾ ਦੇਖੋ ਜਿਹੜੇ ਸੀਗੇ ਉਹ ਵੀ ਕੀ ਸੀ? ਉਹਦੇ ਮਹਾਤਮਾ ਬੁੱਧ ਦੇ ਚੇਲੇ ਬਣ ਗਏ ਸੀ, ਜਿਹੜੇ ਕਿਸੇ ਟਾਈਮ ਦੇ ਵਿੱਚ ਉਹਨਾਂ ਦਾ ਧਿਆਨ ਇਸ ਪਾਸਿਓਂ ਹਟਾਉਣਾ ਚਾਹੁੰਦੇ ਸੀਗੇ। ਇਹ ਤੋਂ ਬਿਨਾਂ ਰਾਣੀ ਪ੍ਰਜਾਪਤੀ ਗੌਤਮੀ, ਠੀਕ ਹੈ, ਬੁੱਧ ਦੀ ਪਤਨੀ ਯਸ਼ੋਧਰਾ ਅਤੇ ਉਹਨਾਂ ਦਾ ਪੁੱਤਰ ਰਾਹੁਲ, ਇਹ ਸਾਰੇ ਜਿਹੜੇ ਸੀ ਮਹਾਤਮਾ ਬੁੱਧ ਦੇ ਪੈਰੋਕਾਰ ਬਣ ਗਏ ਸੀਗੇ। ਮਹਾਤਮਾ ਬੁੱਧ ਨੇ ਆਪਣਾ ਸਰੀਰ ਕਦੋਂ ਛੱਡਿਆ? 487 ਈਸਵੀ ਪੂਰਵ ਦੇ ਵਿੱਚ। ਇੱਥੇ ਥੋੜ੍ਹਾ ਹੈਗਾ ਵਾ ਮਿਸਟੇਕ ਹੋਈ ਆ, ਇੱਥੇ ਮਹਾਤਮਾ ਬੁੱਧ ਹੈ। ਮਹਾਤਮਾ ਬੁੱਧ ਦੀ ਮੌਤ ਕਿੱਥੇ ਹੋਈ? ਤਾਂ ਉਹ ਹੋਈ ਆ ਕੁਸ਼ੀਨਗਰ ਦੇ ਵਿਖੇ। ਠੀਕ ਹੈ। ਅਤੇ ਦੇਖੋ ਉਹਨਾਂ ਦਾ ਜਿਹੜਾ ਵਾ ਜਨਮ ਵੀ ਪੂਰਨਮਾਸ਼ੀ ਨੂੰ ਹੋਇਆ, ਗਿਆਨ ਦੀ ਪ੍ਰਾਪਤੀ ਵੀ ਪੂਰਨਮਾਸ਼ੀ ਨੂੰ ਹੋਈ ਆ, ਐਂਡ ਉਹਨਾਂ ਨੇ ਜਿਹੜਾ ਆਪਣਾ ਸਰੀਰ ਛੱਡਿਆ ਉਹ ਵੀ ਪੂਰਨਮਾਸ਼ੀ ਨੂੰ ਛੱਡਿਆ ਵਾ। ਅੱਗੇ ਹੈ, ਮਹਾਤਮਾ ਬੁੱਧ ਨੇ ਜਦੋਂ ਆਪਣਾ ਸਰੀਰ ਜਿਹੜਾ ਤਿਆਗਿਆ ਵਾ ਉਸ ਟਾਈਮ ਦੇ ਵਿੱਚ ਉਹਨਾਂ ਦੀ ਉਮਰ ਆ ਜਿਹੜੀ ਉਹ 80 ਵਰ੍ਹਿਆਂ ਦੀ ਸੀਗੀ। ਹੁਣ ਹੈ ਮਹਾਤਮਾ ਬੁੱਧ ਦੇ ਪ੍ਰਾਣ ਤਿਆਗਣ ਦੀ ਘਟਨਾ ਨੂੰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ? ਜਿਹੜਾ ਉਹਨਾਂ ਨੇ ਆਪਣੇ ਪ੍ਰਾਣ ਤਿਆਗਿਆ ਉਸ ਘਟਨਾ ਨੂੰ ਕਹਿੰਦੇ ਆ ਮਹਾਪਰਿਨਿਰਵਾਣ। ਮਹਾਤਮਾ ਬੁੱਧ ਨੇ ਆਪਣੇ ਉਪਦੇਸ਼ ਕਿਸ ਭਾਸ਼ਾ ਵਿੱਚ ਦਿੱਤੇ? ਪਾਲੀ ਭਾਸ਼ਾ ਵਿੱਚ, ਜੋ ਕਿ ਉਸ ਟਾਈਮ ਦੇ ਵਿੱਚ ਲੋਕਾਂ ਦੀ ਆਮ ਬੋਲਚਾਲ ਦੀ ਭਾਸ਼ਾ ਸੀ। ਮਹਾਤਮਾ ਬੁੱਧ ਦੀਆਂ ਸਿੱਖਿਆਵਾਂ ਦਾ ਆਧਾਰ ਕੀ ਸੀਗਾ? 4 ਮਹਾਨ ਸੱਚਾਈਆਂ। ਮਹਾਤਮਾ ਬੁੱਧ ਨੇ ਆਪਣੇ ਪੈਰੋਕਾਰਾਂ ਨੂੰ ਕਿਸ ਮਾਰਗ 'ਤੇ ਚੱਲਣ ਲਈ ਕਿਹਾ? ਅਸ਼ਟ ਮਾਰਗ 'ਤੇ। ਪਹਿਲਾਂ ਦੇਖੋ ਜਿਹੜੀਆਂ 4 ਮਹਾਨ ਸੱਚਾਈਆਂ ਸੀ ਉਹ ਕਿਹੜੀਆਂ ਕਿਹੜੀਆਂ ਦੱਸੀਆਂ ਉਹਨਾਂ ਨੇ? ਅਸ਼ਟ ਮਾਰਗ ਹੋ ਗਿਆ। ਅਸ਼ਟ ਮਾਰਗ ਦੇ ਵਿੱਚ ਕੀ ਸੀਗਾ ਕਿ ਮਹਾਤਮਾ ਬੁੱਧ ਨੇ ਲੋਕਾਂ ਨੂੰ ਅਸ਼ਟ ਮਾਰਗ 'ਤੇ ਚੱਲਣ ਦਾ ਉਪਦੇਸ਼ ਦਿੱਤਾ ਸੀਗਾ। ਇਹਦੇ ਵਿੱਚ ਸਭ ਤੋਂ ਪਹਿਲਾਂ ਸੀਗਾ ਜਿਵੇਂ ਸੱਚਾ ਕਰਮ ਹੋ ਗਿਆ, ਕਿ ਸੱਚੇ ਕਰਮ ਕਰੋ, ਸੱਚਾ ਵਿਚਾਰ ਰੱਖੋ, ਸੱਚਾ ਵਿਸ਼ਵਾਸ, ਸੱਚਾ ਰਹਿਣ ਸਹਿਣ। ਇਹ ਤੋਂ ਬਿਨਾਂ ਸੱਚਾ ਬਚਨ ਹੋ ਗਿਆ, ਸੱਚਾ ਯਤਨ, ਸੱਚਾ ਧਿਆਨ, ਸੱਚੀ ਸਮਾਧੀ। ਇਹ ਜਿਹੜੇ ਸੀ ਉਹਨਾਂ ਦੇ ਅਸ਼ਟ ਮਾਰਗ ਦੇ ਸਿਧਾਂਤ ਸੀਗੇ। ਅਸ਼ਟ ਮਾਰਗ ਨੂੰ ਹੋਰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ? ਮੱਧ ਮਾਰਗ। ਬੋਧੀ ਸੰਘ ਦੀ ਸਥਾਪਨਾ ਕਿਸਨੇ ਕੀਤੀ? ਮਹਾਤਮਾ ਬੁੱਧ ਨੇ। ਬੋਧੀ ਸੰਘ ਦਾ ਮੈਂਬਰ ਬਣਨ ਲਈ ਕਿੰਨੀ ਉਮਰ ਹੋਣੀ ਚਾਹੀਦੀ ਸੀ? 15 ਸਾਲ। ਬੋਧੀ ਸੰਘ ਵਿੱਚ ਸ਼ਾਮਿਲ ਭਿਕਸ਼ੂਆਂ ਨੂੰ ਕਿਹੜੇ ਰੰਗ ਦੇ ਕੱਪੜੇ ਪਾਉਣੇ ਪੈਂਦੇ ਸਨ? ਪੀਲੇ ਰੰਗ ਦੇ। ਬੋਧੀ ਸੰਘ ਦੇ ਮੈਂਬਰਾਂ ਨੂੰ ਕਿੰਨੇ ਨਿਯਮਾਂ ਦੀ ਪਾਲਣਾ ਕਰਨੀ ਪੈਂਦੀ ਸੀ? 10 ਨਿਯਮਾਂ ਦੀ। ਬੋਧੀ ਸੰਘ ਦੇ ਮੈਂਬਰ ਆਪਣਾ ਗੁਜ਼ਾਰਾ ਕਿਵੇਂ ਕਰਦੇ ਸਨ? ਮੰਗ ਕੇ। ਮਹਾਤਮਾ ਬੁੱਧ ਦੇ ਨਿਰਵਾਣ ਤੋਂ ਬਾਅਦ ਬੋਧੀ ਸੰਘ ਕਿੰਨੀਆਂ ਸੰਪਰਦਾਵਾਂ ਵਿੱਚ ਵੰਡਿਆ ਗਿਆ?
ਦੋ ਸੰਪਰਦਾਵਾਂ ਵਿੱਚ। ਮਹਾਤਮਾ ਬੁੱਧ ਦੇ ਨਿਰਮਾਣ ਤੋਂ ਬਾਅਦ ਬੋਧੀ ਸੰਘ ਕਿਹੜੀਆਂ-ਕਿਹੜੀਆਂ ਦੋ ਸੰਪਰਦਾਵਾਂ ਵਿੱਚ ਵੰਡਿਆ ਗਿਆ? ਹੀਣਯਾਨ ਅਤੇ ਮਹਾਯਾਨ। ਕਿਹੜੇ ਸ਼ਾਸਕ ਦੇ ਸਮੇਂ ਬੋਧੀ ਸੰਘ ਹੀਣਯਾਨ ਅਤੇ ਮਹਾਯਾਨ ਵਿੱਚ ਵੰਡਿਆ ਗਿਆ? ਕਨਿਸ਼ਕ ਦੇ ਸਮੇਂ। ਨਾਗਾ ਅਰਜੁਨ ਦਾ ਸੰਬੰਧ ਕਿਸ ਸੰਪਰਦਾਇ ਨਾਲ ਸੀ? ਮਹਾਯਾਨ। ਨਾਗਾ ਅਰਜੁਨ ਨੇ ਕਿਹੜੇ ਸ਼ਾਸਕ ਨਾਲ ਵਾਦ ਵਿਵਾਦ ਕੀਤਾ? ਯੂਨਾਨੀ ਸ਼ਾਸਕ ਮਿਨਾਂਡਰ ਦੇ ਨਾਲ। ਬੁੱਧ ਧਰਮ ਦੀ ਪਹਿਲੀ ਮਹਾਸਭਾ ਕਦੋਂ ਹੋਈ? 487 ਈਸਵੀ ਪੂਰਵ ਦੇ ਵਿੱਚ। ਤ੍ਰਿਪਿਟਕ ਕਿਸ ਭਾਸ਼ਾ ਵਿੱਚ ਲਿਖੇ ਗਏ ਹਨ? ਪਾਲੀ ਭਾਸ਼ਾ ਵਿੱਚ। ਬੁੱਧ ਧਰਮ ਨੂੰ ਰਾਜਸੀ ਮਦਦ ਦੇਣ ਵਾਲੇ ਦੋ ਪ੍ਰਸਿੱਧ ਸ਼ਾਸਕਾਂ ਦੇ ਨਾਂ ਦੱਸੋ? ਅਸ਼ੋਕ ਅਤੇ ਕਨਿਸ਼ਕ। ਅਸ਼ੋਕ ਨੇ ਕਿਹੜੀ ਸੰਪਰਦਾਇ ਦਾ ਸਮਰਥਨ ਕੀਤਾ? ਹੀਣਯਾਨ ਸੰਪਰਦਾਇ ਦਾ। ਕਿਹੜੀ ਸ਼ਾਖਾ ਨੂੰ ਬੁੱਧ ਧਰਮ ਦੇ ਪਤਨ ਦਾ ਕਾਰਨ ਮੰਨਿਆ ਗਿਆ ਹੈ? ਵਜਰਯਾਨ ਸ਼ਾਖਾ ਨੂੰ। ਵਜਰਯਾਨ ਸ਼ਾਖਾ ਦਾ ਸਭ ਤੋਂ ਪ੍ਰਸਿੱਧ ਵਿਹਾਰ ਕਿੱਥੇ ਸਥਿਤ ਹੈ? ਬਿਹਾਰ ਵਿਖੇ ਵਿਕਰਮਸ਼ਿਲਾ। ਕਿਹੜੇ ਹੂਣ ਸ਼ਾਸਕ ਨੇ ਹਜ਼ਾਰਾਂ ਬੋਧੀਆਂ ਦਾ ਕਤਲ ਕਰਵਾਇਆ? ਮੇਹਰਕੁਲ ਨੇ। ਸੰਘਵੰਸ਼ ਦਾ ਕਿਹੜਾ ਸ਼ਾਸਕ ਬੁੱਧ ਧਰਮ ਦਾ ਕੱਟੜ ਦੁਸ਼ਮਣ ਸੀ? ਪੁਸ਼ਯਾਮਿੱਤਰ ਸੰਘ। ਜਾਤਕ ਕਥਾਵਾਂ ਦੀ ਕੁੱਲ ਗਿਣਤੀ ਕਿੰਨੀ ਹੈ? 549। ਉਹਨਾਂ ਸਥਾਨਾਂ ਨੂੰ ਕੀ ਕਿਹਾ ਜਾਂਦਾ ਹੈ ਜਿੱਥੇ ਮਹਾਤਮਾ ਬੁੱਧ ਨਾਲ ਜੁੜੇ ਅਵਸ਼ੇਸ਼ ਰੱਖੇ ਜਾਂਦੇ ਹਨ? ਸਤੂਪ। ਅਸ਼ੋਕ ਦੇ ਸ਼ਾਸਨ ਕਾਲ ਵਿੱਚ ਕੁੱਲ ਕਿੰਨੇ ਸਤੂਪ ਬਣਾਏ ਗਏ ਸਨ? 84,000। ਈਸਾ ਪੂਰਵ ਦੂਜੀ ਸਦੀ ਤੱਕ ਬਣਾਏ ਗਏ ਕਿਸੇ ਇੱਕ ਸਤੂਪ ਦਾ ਨਾਂ ਦੱਸੋ? ਸਾਂਚੀ ਦਾ ਸਤੂਪ। ਮਹਾਤਮਾ ਬੁੱਧ ਨੇ ਕਿੰਨੇ ਸਾਲ ਦੀ ਉਮਰ ਵਿੱਚ ਘਰ ਤਿਆਗ ਦਿੱਤਾ? 29 ਸਾਲ ਦੀ ਉਮਰ ਵਿੱਚ। ਮਹਾਤਮਾ ਬੁੱਧ ਆਪਣੇ 5 ਸਾਥੀਆਂ ਨੂੰ ਨਾਲ ਲੈ ਕੇ ਕਿੱਥੇ ਗਏ? ਉਰਵੇਲਾ ਦੇ ਜੰਗਲਾਂ ਵਿੱਚ। ਮਹਾਤਮਾ ਬੁੱਧ ਨੇ ਕਿੰਨਾ ਸਮਾਂ ਤਪ ਕੀਤਾ? 6 ਸਾਲ। ਮਹਾਤਮਾ ਬੁੱਧ ਨੂੰ ਕਿੰਨੇ ਦਿਨਾਂ ਦੀ ਸਮਾਧੀ ਮਗਰੋਂ ਗਿਆਨ ਦੀ ਪ੍ਰਾਪਤੀ ਹੋਈ? 48 ਦਿਨਾਂ ਦੀ ਸਮਾਧੀ ਮਗਰੋਂ ਪੂਰਨਮਾਸ਼ੀ ਵਾਲੇ ਦਿਨ। ਮਹਾਤਮਾ ਬੁੱਧ ਨੇ ਕਿੰਨੇ ਵਰ੍ਹਿਆਂ ਤੱਕ ਆਪਣੇ ਉਪਦੇਸ਼ਾਂ ਦਾ ਪ੍ਰਚਾਰ ਕੀਤਾ? 45 ਵਰ੍ਹਿਆਂ ਤੱਕ। ਮਹਾਤਮਾ ਬੁੱਧ ਦੇ ਪ੍ਰਮੁੱਖ ਪੈਰੋਕਾਰ ਕੌਣ ਸਨ? ਪਹਿਲੇ ਨੰਬਰ 'ਤੇ ਹੈ ਮਗਧ ਦਾ ਬਿੰਬੀਸਾਰ ਅਤੇ ਅਜਾਤ ਸ਼ਤਰੂ। ਠੀਕ ਹੈ। ਦੂਜੇ ਨੰਬਰ 'ਤੇ ਹੈ ਕੌਸ਼ਲ ਦਾ ਪ੍ਰਸੇਨਜਿਤ, ਕੌਸਾਂਬੀ ਦਾ ਉਦਯਨ, ਵੈਸ਼ਾਲੀ ਦੀ ਪ੍ਰਸਿੱਧ ਪੇਸ਼ਵਾ ਅਮਰਪਾਲੀ, ਕਪਿਲਵਸਤੂ ਦਾ ਪ੍ਰਸਿੱਧ ਸ਼ਾਸਕ ਸ਼ੁਧੋਧਨ, ਰਾਣੀ ਪ੍ਰਜਾਪਤੀ ਗੌਤਮੀ ਜੋ ਕਿ ਕੌਣ ਸੀਗੀ? ਗੌਤਮ ਬੁੱਧ ਦੀ ਮਾਸੀ ਸੀਗੀ। ਬੁੱਧ ਦੀ ਪਤਨੀ ਯਸ਼ੋਧਰਾ ਅਤੇ ਉਹਨਾਂ ਦਾ ਪੁੱਤਰ ਰਾਹੁਲ। ਅਤੇ ਇਹਨਾਂ ਤੋਂ ਬਿਨਾਂ ਜਿਹੜੇ ਸੀਗੇ ਮਹਾਤਮਾ ਬੁੱਧ ਦੇ ਪਿਤਾ ਸ਼ੁਧੋਧਨ। ਠੀਕ ਹੈ, ਉਹ ਵੀ ਜਿਹੜੇ ਸੀਗੇ ਉਹਨਾਂ ਦੇ ਪੈਰੋਕਾਰ ਬਣ ਗਏ ਸੀ। ਅੱਗੇ ਹੈ ਅਸ਼ਟਮਾਰਗ ਨੂੰ ਕੀ ਕਿਹਾ ਜਾਂਦਾ ਹੈ? ਮੱਧ ਮਾਰਗ। ਠੀਕ ਹੈ, ਹੁਣ ਅਸ਼ਟਮਾਰਗ ਦੇ ਜਿਹੜੇ ਅੱਗੇ ਸਿਧਾਂਤ ਨੇ ਕਿਹੜੇ ਕਿਹੜੇ ਨੇ? ਅਸ਼ਟਮਾਰਗ ਦੇ ਸਿਧਾਂਤ ਕਿਹੜੇ ਹਨ? ਸੱਚਾ ਕਰਮ। ਸੱਚੇ ਕਰਮ ਦੇ ਵਿੱਚ ਕੀ ਆ ਕਿ ਮਨੁੱਖ ਆ ਜਿਹੜਾ ਉਹਦਾ ਕਰਮ ਆ ਉਹ ਸ਼ੁੱਧ ਹੋਣੇ ਚਾਹੀਦੇ ਆ। ਠੀਕ ਆ, ਉਸਨੂੰ ਚੋਰੀ ਨਹੀਂ ਕਰਨੀ ਚਾਹੀਦੀ, ਐਸ਼ੋ ਆਰਾਮ ਹੋ ਗਿਆ, ਜੀਵ ਹੱਤਿਆ ਹੋ ਗਿਆ। ਠੀਕ ਹੈ, ਇਹਨਾਂ ਸਾਰੀਆਂ ਚੀਜ਼ਾਂ ਤੋਂ ਦੂਰ ਰਹਿਣਾ ਚਾਹੀਦਾ ਵਾ ਅਤੇ ਸਾਰੀ ਮਨੁੱਖਤਾ ਦੇ ਨਾਲ ਪਿਆਰ ਕਰਨਾ ਚਾਹੀਦਾ। ਇਹ ਕੀ ਮਤਲਬ ਸੀਗਾ? ਸੱਚੇ ਕਰਮ ਦਾ ਮਤਲਬ ਸੀਗਾ ਇਹ। ਅੱਗੇ ਹੈ ਸੱਚਾ ਵਿਚਾਰ। ਸੱਚੇ ਵਿਚਾਰ ਦੇ ਵਿੱਚ ਕੀ ਸੀਗਾ ਹੁਣ ਕਿ ਸਾਰੇ ਮਨੁੱਖਾਂ ਦੇ ਜਿਹੜੇ ਵਿਚਾਰ ਆ ਉਹ ਸੱਚੇ ਹੋਣੇ ਚਾਹੀਦੇ ਆ। ਠੀਕ ਆ, ਉਹਨਾਂ ਨੂੰ ਸੰਸਾਰਕ ਜਿਹੜੀਆਂ ਬੁਰਾਈਆਂ ਨੇ ਅਤੇ ਫਜ਼ੂਲ ਦੇ ਜਿਹੜੇ ਰਸਮੋ ਰਿਵਾਜ ਨੇ ਉਹਨਾਂ ਸਾਰਿਆਂ ਤੋਂ ਦੂਰ ਰਹਿਣਾ ਚਾਹੀਦਾ ਵਾ। ਤੀਜੇ ਨੰਬਰ 'ਤੇ ਆ ਗਿਆ ਸੱਚਾ ਵਿਸ਼ਵਾਸ। ਇਹਦੇ ਵਿੱਚ ਕੀ ਸੀਗਾ ਕਿ ਮਨੁੱਖ ਨੂੰ ਇਹ ਸੱਚਾ ਵਿਸ਼ਵਾਸ ਹੋਣਾ ਚਾਹੀਦਾ ਵਾ ਕਿ ਜਿਹੜੀਆਂ ਉਹਦੀਆਂ ਖਵਾਇਸ਼ਾਂ ਨੇ, ਠੀਕ ਆ, ਉਹਨੂੰ ਦੂਰ ਕਰਨ ਦੇ ਨਾਲ ਆਪਣੇ ਜਿਹੜੇ ਦੁੱਖ ਨੇ ਉਹਨਾਂ ਦਾ ਵੀ ਅੰਤ ਹੋ ਸਕਦਾ ਵਾ। ਅਤੇ ਕਦੇ ਵੀ ਮਤਲਬ ਕੀ ਹੈ ਅਸ਼ਟਮਾਰਗ ਤੋਂ ਭਟਕਣਾ ਨਹੀਂ ਚਾਹੀਦਾ ਉਹਨੂੰ। ਅੱਗੇ ਹੈ ਸੱਚਾ ਰਹਿਣ ਸਹਿਣ। ਹੁਣ ਬੁੱਧ ਧਰਮ ਦੇ ਅਨੁਸਾਰ ਜਿਹੜਾ ਸੱਚਾ ਰਹਿਣ ਸਹਿਣ ਸੀ ਉਹ ਕਿਹੋ ਜਿਹਾ? ਸਾਰੇ ਮਨੁੱਖਾਂ ਦਾ ਰਹਿਣ ਸਹਿਣ ਉਹ ਕਹਿੰਦੇ ਸੱਚਾ ਹੋਣਾ ਚਾਹੀਦਾ। ਉਹਨਾਂ ਨੂੰ ਕਿਸੇ ਦੇ ਨਾਲ ਕੋਈ ਵੀ ਹੇਰਾ ਫੇਰੀ ਨਹੀਂ ਕਰਨੀ ਚਾਹੀਦੀ। ਫਿਰ ਹੈਗਾ ਸੱਚਾ ਬਚਨ। ਇਹਦੇ ਵਿੱਚ ਕੀ ਆ ਕਿ ਮਨੁੱਖ ਦੇ ਬਚਨ ਆ ਜਿਹੜੇ ਉਹ ਪਵਿੱਤਰ ਅਤੇ ਮਿੱਠੇ ਹੋਣੇ ਚਾਹੀਦੇ ਹਨ। ਠੀਕ ਆ, ਅਤੇ ਉਹਨੂੰ ਕਿਸੇ ਦੀ ਨਿੰਦਾ ਜਾਂ ਚੁਗਲੀ ਨਹੀਂ ਕਰਨੀ ਚਾਹੀਦੀ ਅਤੇ ਹਮੇਸ਼ਾ ਸੱਚ ਬੋਲਣਾ ਚਾਹੀਦਾ ਵਾ। ਫਿਰ ਹੈਗਾ ਸੱਚਾ ਯਤਨ। ਸੱਚੇ ਯਤਨ ਦੇ ਵਿੱਚ ਕੀ ਆ ਕਿ ਮਨੁੱਖ ਨੂੰ ਬੁਰੇ ਕੰਮਾਂ ਦੇ ਦਮਨ ਲਈ ਅਤੇ ਦੂਸਰਿਆਂ ਦੀ ਭਲਾਈ ਦੇ ਲਈ ਸੱਚੇ ਯਤਨ ਕਰਨੇ ਚਾਹੀਦੇ ਆ। ਅੱਗੇ ਆ ਗਿਆ ਸੱਚਾ ਧਿਆਨ। ਸੱਚਾ ਧਿਆਨ ਵਿੱਚ ਕੀ ਹੈ ਕਿ ਮਨੁੱਖ ਨੂੰ ਆਪਣਾ ਧਿਆਨ ਆ ਜਿਹੜਾ ਪਵਿੱਤਰ ਅਤੇ
ਸਾਦਾ ਜੀਵਨ ਬਤੀਤ ਕਰਨ ਦੇ ਵਿੱਚ ਲਗਾਉਣਾ ਚਾਹੀਦਾ ਵਾ। ਫਿਰ ਆ ਗਿਆ ਸੱਚੀ ਸਮਾਧੀ, ਕਿ ਮਨੁੱਖ ਨੂੰ ਬੁਰਾਈਆਂ ਦਾ ਖਿਆਲ ਛੱਡ ਕੇ ਸੱਚੀ ਸਮਾਧੀ ਵਿੱਚ ਕੀ ਆ, ਲੀਨ ਹੋਣਾ ਚਾਹੀਦਾ ਵਾ। ਇਹ ਜਿਹੜੇ ਨੇ ਉਹਦੇ ਅਸ਼ਟਮਾਰਗ ਦੇ ਮਹਾਤਮਾ ਬੁੱਧ ਦੇ ਸਿਧਾਂਤ ਨੇ। ਮਹਾਤਮਾ ਬੁੱਧ ਕਿਹੜੇ ਸਿਧਾਂਤ ਵਿੱਚ ਵਿਸ਼ਵਾਸ ਰੱਖਦੇ ਸਨ? ਕਰਮ ਦਾ ਸਿਧਾਂਤ ਤੇ ਨੈਤਿਕਤਾ ਦਾ ਸਿਧਾਂਤ, ਇਹਨਾਂ ਦੋਨਾਂ ਵਿੱਚ ਜਿਹੜੇ ਕੀ ਨੇ, ਮਹਾਤਮਾ ਬੁੱਧ ਦੇ ਵਿਸ਼ਵਾਸ ਨੇ। ਮਹਾਤਮਾ ਬੁੱਧ ਕਿਸ ਵਿੱਚ ਵਿਸ਼ਵਾਸ ਰੱਖਦੇ ਸਨ? ਅਹਿੰਸਾ ਵਿੱਚ। ਮਹਾਤਮਾ ਬੁੱਧ ਨੇ ਆਪਣਾ ਪ੍ਰਚਾਰ ਕਿਹੜੀ ਭਾਸ਼ਾ ਵਿੱਚ ਕੀਤਾ? ਪਾਲੀ ਭਾਸ਼ਾ ਵਿੱਚ, ਜੋ ਕਿ ਉਸ ਟਾਈਮ ਦੇ ਜਿਹੜੇ ਲੋਕ ਸੀ ਉਹਨਾਂ ਦੇ ਬੋਲਚਾਲ ਦੀ ਆਮ ਭਾਸ਼ਾ ਸੀਗੀ। ਮਹਾਤਮਾ ਬੁੱਧ ਦੇ ਅਨੁਸਾਰ ਮਨੁੱਖ ਦੇ ਜੀਵਨ ਦਾ ਸਭ ਤੋਂ ਵੱਡਾ ਉਦੇਸ਼ ਕੀ ਹੈ? ਨਿਰਵਾਣ ਪ੍ਰਾਪਤ ਕਰਨਾ। ਮਹਾਤਮਾ ਬੁੱਧ ਨੇ ਆਪਣੇ ਪੈਰੋਕਾਰਾਂ ਨੂੰ ਸੰਗਠਿਤ ਕਰਨ ਲਈ ਕੀ ਕੀਤਾ? ਬੋਧੀ ਸੰਘਾਂ ਦੀ ਸਥਾਪਨਾ ਕੀਤੀ ਸੀ। ਦੇਖੋ ਮਹਾਤਮਾ ਬੁੱਧ ਕੀ ਸੀਗਾ, ਉਹ ਚਾਹੁੰਦੇ ਸੀ ਕਿ ਉਹਨਾਂ ਦੇ ਜਿਹੜੇ ਪੈਰੋਕਾਰ ਆ ਉਹ ਇਕੱਠੇ ਰਹਿਣ, ਠੀਕ ਆ। ਇਸੇ ਉਦੇਸ਼ ਨਾਲ ਉਹਨਾਂ ਨੇ ਕੀ ਸੀਗਾ ਕਿ ਬੋਧੀ ਸੰਘਾਂ ਦੀ ਸਥਾਪਨਾ ਕੀਤੀ ਸੀ। ਸੰਘ ਆ ਜਿਹੜਾ, ਸੰਘ ਸ਼ਬਦ ਤੋਂ ਕੀ ਭਾਵ ਆ ਕਿ ਬੁੱਧ ਭਿਕਸ਼ੂਆਂ ਦਾ ਸੰਗਠਨ, ਠੀਕ ਆ। ਇਹ ਸੰਘ ਸ਼ਬਦ ਦਾ ਭਾਵ ਆ। ਹੁਣ ਬੋਧੀ ਸੰਘ ਵਿੱਚ ਕੀ ਸੀਗਾ ਕਿ ਦੇਸ਼ ਦੇ ਵੱਖ-ਵੱਖ ਭਾਗਾਂ ਦੇ ਜਿੰਨੇ ਵੀ ਮਤਲਬ ਉਹਨਾਂ ਨੇ ਅਲੱਗ-ਅਲੱਗ ਸੰਘ ਸਥਾਪਿਤ ਕਰਤੇ ਸੀਗੇ। ਹੌਲੀ ਹੌਲੀ ਇਹ ਸੰਘ ਕੀ ਆ, ਇੱਕ ਸ਼ਕਤੀਸ਼ਾਲੀ ਸੰਸਥਾ ਦੇ ਰੂਪ ਧਾਰਨ ਕਰ ਲਿਆ ਇਹਨਾਂ ਨੇ ਜਿਹੜੇ ਸੰਘ ਸੀਗੇ। ਹੁਣ ਹਰੇਕ, ਠੀਕ ਆ, ਪੁਰਸ਼ ਇਸਤਰੀ ਜਿਨ੍ਹਾਂ ਦੀ ਉਮਰ 15 ਸਾਲਾਂ ਤੋਂ ਵੱਧ ਹੁੰਦੀ ਸੀ ਉਹ ਸੰਘ ਦਾ ਮੈਂਬਰ ਬਣ ਸਕਦਾ ਸੀਗਾ। ਪਰ ਕੁਛ ਲੋਕ ਇਹੋ ਜਿਹੇ ਸੀ ਜਿਨ੍ਹਾਂ ਨੂੰ ਸੰਘ ਦੇ ਮੈਂਬਰ ਨਹੀਂ ਵੀ ਬਣਾਇਆ ਜਾਂਦਾ ਸੀਗਾ। ਉਹਦੇ ਵਿੱਚ ਕੌਣ ਆ ਗਿਆ? ਅਪਰਾਧੀਆਂ ਨੂੰ, ਰੋਗੀਆਂ ਨੂੰ, ਕਰਜ਼ਾਈਆਂ ਨੂੰ, ਦਾਸਾਂ ਨੂੰ ਜਿਹੜਾ ਸੀ ਮੈਂਬਰ ਬਣਨ ਦੀ ਇਜਾਜ਼ਤ ਨਹੀਂ ਸੀਗੀ। ਮੈਂਬਰ ਬਣਨ ਤੋਂ ਪਹਿਲਾਂ ਕੀ ਸੀ ਵੀ ਘਰ ਵਾਲਿਆਂ ਤੋਂ ਆਗਿਆ ਲੈਣੀ ਜ਼ਰੂਰੀ ਪੈਂਦੀ ਸੀਗੀ, ਠੀਕ ਆ। ਮਤਲਬ ਆਪਣੀ ਫੈਮਿਲੀ ਦੀ ਪਰਮਿਸ਼ਨ ਦੇ ਨਾਲ ਹੀ ਮੈਂਬਰ ਬਣ ਸਕਦੇ ਸੀਗੇ। ਫਿਰ ਜਿਹੜੇ ਨਵੇਂ ਭਿਕਸ਼ੂ ਹੁੰਦੇ ਸੀ ਨਾ, ਸੰਘ ਵਿੱਚ ਦਾਖਲੇ ਦੇ ਸਮੇਂ ਉਹਨਾਂ ਨੂੰ ਕੀ ਸੀ, ਆਪਣਾ ਸਿਰ ਮੁੰਡਵਾਉਣਾ ਪੈਂਦਾ ਸੀ, ਪੀਲੇ ਰੰਗ ਦੇ ਕੱਪੜੇ ਪਾਉਣੇ ਪੈਂਦੇ ਸੀਗੇ, ਸਹੁੰ ਚੁੱਕਣੀ ਪੈਂਦੀ ਸੀ। ਸਹੁੰ ਪਤਾ ਕੀ ਚੁੱਕਦੇ ਸੀ ਕਿ ਮੈਂ ਬੁੱਧ ਦੀ ਸ਼ਰਨ ਲੈਂਦਾ ਹਾਂ, ਮੈਂ ਧੰਮ ਦੀ ਸ਼ਰਨ ਲੈਂਦਾ ਹਾਂ, ਮੈਂ ਸੰਘ ਦੀ ਸ਼ਰਨ ਲੈਂਦਾ ਹਾਂ। ਅਤੇ ਸੰਘ ਦੇ ਮੈਂਬਰਾਂ ਨੂੰ ਬੜਾ ਜਿਹੜਾ ਸੀਗਾ ਅਨੁਸ਼ਾਸਨ ਵਾਲਾ ਜੀਵਨ ਬਤੀਤ ਕਰਨਾ ਪੈਂਦਾ ਸੀਗਾ ਸਹੁੰ ਚੁੱਕਣ ਤੋਂ ਬਾਅਦ। ਫਿਰ ਅੱਗੇ ਉਹਨਾਂ ਨੂੰ 10 ਨਿਯਮਾਂ ਦੀ ਪਾਲਣਾ ਕਰਨੀ ਪੈਂਦੀ ਸੀ। 10 ਨਿਯਮ ਕਿਹੜੇ ਸੀਗੇ? ਫਿਰ ਬ੍ਰਹਮਚਾਰਿਆ ਜੀਵਨ ਬਤੀਤ ਕਰਨਾ ਸੀਗਾ ਉਹਨਾਂ ਨੇ, ਠੀਕ ਆ। ਜੀਵਾਂ ਨੂੰ ਕਸ਼ਟ ਨਹੀਂ ਦੇਣਾ ਸੀਗਾ, ਦੂਸਰਿਆਂ ਦੀ ਸੰਪત્ਤੀ ਦੀ ਇੱਛਾ ਨਹੀਂ ਕਰਨੀ ਸੀਗੀ, ਹਮੇਸ਼ਾ ਸੱਚ ਬੋਲਣਾ ਸੀਗਾ, ਨਸ਼ੀਲੀਆਂ ਵਸਤੂਆਂ ਦੀ ਵਰਤੋਂ ਨਹੀਂ ਕਰਨੀ ਸੀਗੀ, ਨਾਚ ਗਾਣੇ ਵਿੱਚ ਹਿੱਸਾ ਨਹੀਂ ਲੈਣਾ ਸੀਗਾ, ਸੁਗੰਧਿਤ ਵਸਤਾਂ ਦੀ ਵਰਤੋਂ ਨਹੀਂ ਕਰਨੀ ਸੀਗੀ, ਗੱਦੇਦਾਰ ਬਿਸਤਰੇ 'ਤੇ ਨਹੀਂ ਸੌਣਾ ਸੀਗਾ, ਆਪਣੇ ਕੋਲ ਕੋਈ ਧਨ ਪੈਸਾ ਨਹੀਂ ਰੱਖਣਾ ਸੀਗਾ, ਅਤੇ ਨਿਸ਼ਚਿਤ ਸਮੇਂ ਤੋਂ ਇਲਾਵਾ ਕਿਸੇ ਹੋਰ ਸਮੇਂ ਭੋਜਨ ਨਹੀਂ ਕਰਨਾ ਹੁੰਦਾ ਸੀਗਾ। ਇਹ ਜਿਹੜੇ ਸੀਗੇ 10 ਨਿਯਮਾਂ ਦੀ ਪਾਲਣਾ ਕਰਨੀ ਪੈਂਦੀ ਸੀ। ਨਿਯਮਾਂ ਦੀ ਪਾਲਣਾ ਕਰਨ ਤੋਂ ਬਿਨਾਂ ਜਿਹੜੇ ਸੰਘ ਦੇ ਮੈਂਬਰ ਹੁੰਦੇ ਸੀ ਨਾ, ਭਿਕਸ਼ੂ ਜਾਂ ਭਿਕਸ਼ਣੀਆਂ ਹੁੰਦੇ ਸੀ, ਉਹਨਾਂ ਨੂੰ 10 ਸਾਲਾਂ ਤੱਕ ਕਿਸੇ ਹੋਰ ਭਿਕਸ਼ੂ ਦੇ ਕੋਲੋਂ ਸਿੱਖਿਆ ਲੈਣੀ ਪੈਂਦੀ ਸੀ, ਠੀਕ ਆ। ਜਦੋਂ ਸਿੱਖਿਆ ਤੋਂ ਸਫਲ ਹੋ ਜਾਂਦੇ ਸੀ ਫਿਰ ਉਹ ਸੰਘ ਦੇ ਮੈਂਬਰ ਬਣ ਜਾਂਦੇ ਸੀ। ਹੁਣ ਸੰਘ ਦੇ ਸਾਰੇ ਮੈਂਬਰ ਕੀ ਸੀਗੇ, ਉਹਨਾਂ ਨੂੰ ਸਾਦਾ ਅਤੇ ਪਵਿੱਤਰ ਜੀਵਨ ਬਤੀਤ ਕਰਨਾ ਪੈਂਦਾ ਸੀ, ਠੀਕ ਆ। ਉਹ ਆਪਣਾ ਗੁਜ਼ਾਰਾ ਕਿਵੇਂ ਕਰਦੇ ਸੀ? ਭਿੱਖਿਆ ਮੰਗ ਕੇ ਕਰਦੇ ਸੀਗੇ, ਠੀਕ ਆ। ਅਤੇ ਬਰਸਾਤ ਦੇ 3 ਮਹੀਨਿਆਂ ਨੂੰ ਛੱਡ ਕੇ ਕੀ ਆ, ਸੰਘ ਦੇ ਮੈਂਬਰ ਸਾਰਾ ਸਾਲ ਵੱਖ-ਵੱਖ ਥਾਵਾਂ 'ਤੇ ਜਾ ਕੇ ਬੁੱਧ ਧਰਮ ਦਾ ਪ੍ਰਚਾਰ ਕਰਦੇ ਰਹਿੰਦੇ ਸੀਗੇ। ਅਤੇ ਜਿਹੜੇ ਉਹਨਾਂ ਦੇ ਮਹੱਤਵਪੂਰਨ ਫੈਸਲੇ ਹੁੰਦੇ ਸੀਗੇ, ਠੀਕ ਆ, ਉਹ ਸੰਘ ਦੀਆਂ ਵਿਸ਼ੇਸ਼ ਬੈਠਕਾਂ ਬੁਲਾਈਆਂ ਜਾਂਦੀਆਂ ਸੀ, ਉਹਦੇ ਵਿੱਚ ਹੀ ਲਏ ਜਾਂਦੇ ਸੀ। ਅਤੇ ਇਹਨਾਂ ਬੈਠਕਾਂ ਦੇ ਵਿੱਚ ਹੀ ਹਰੇਕ ਮੈਂਬਰ ਨੂੰ ਹਿੱਸਾ ਲੈਣ ਦੀ ਇਜਾਜ਼ਤ ਸੀਗੀ। ਹਰੇਕ ਬੈਠਕ ਦੇ ਵਿੱਚ ਘੱਟ ਤੋਂ ਘੱਟ 10 ਮੈਂਬਰ ਜਿਹੜੇ ਸੀ ਉਹਨਾਂ ਦਾ ਹਾਜ਼ਰ ਹੋਣਾ ਜ਼ਰੂਰੀ ਹੁੰਦਾ ਸੀਗਾ। ਜਿਹੜੇ ਵੀ ਉਹਨਾਂ ਦੇ ਸਾਰੇ ਫੈਸਲੇ ਹੁੰਦੇ ਸੀ ਉਹ ਬਹੁਮਤ ਰਾਹੀਂ ਹੁੰਦੇ ਸੀਗੇ, ਠੀਕ ਆ। ਅਤੇ ਇਸ ਸੰਬੰਧੀ ਕੀ ਆ, ਗੁਪਤ ਮਤਦਾਨ ਵੀ ਕਰਵਾਇਆ ਜਾਂਦਾ ਸੀਗਾ। ਅਤੇ ਮੈਂਬਰਾਂ ਵਿੱਚ ਕੀ ਆ, ਮਤਭੇਦ ਜਦੋਂ ਹੋ ਜਾਂਦਾ ਸੀਗਾ, ਠੀਕ ਆ, ਤਾਂ ਇਸ ਮਾਮਲੇ ਦਾ ਫੈਸਲਾ ਵੀ ਜਿਹੜਾ ਕੀ ਆ, ਉਹਨਾਂ ਦੀਆਂ ਛੋਟੀਆਂ-ਛੋਟੀਆਂ ਕਮੇਟੀਆਂ ਸਥਾਪਿਤ ਕੀਤੀਆਂ ਹੋਈਆਂ ਸੀ, ਉਹਨਾਂ ਰਾਹੀਂ ਕੀਤਾ ਜਾਂਦਾ ਸੀਗਾ। ਅਤੇ ਅਸਲ ਵਿੱਚ ਜਿਵੇਂ ਆਪਾਂ ਕਹਿ ਦਈਏ ਕਿ ਬੁੱਧ ਧਰਮ ਆ ਜਿਹੜਾ, ਠੀਕ ਆ, ਉਹਨੂੰ ਉੱਨਤ ਕਰਨ ਦੇ ਵਿੱਚ ਇਹਨਾਂ ਬੋਧੀ ਸੰਘਾਂ ਦਾ ਕਾਫੀ ਮਹੱਤਵਪੂਰਨ ਰੋਲ ਰਿਹਾ ਵਾ। ਅੱਗੇ ਆਪਾਂ ਇਹਨਾਂ ਰਿਲੇਟਡ ਹੁਣ ਕੁਐਸਚਨ ਦੇਖਦੇ ਹਾਂ ਕਿ ਸੰਘ ਤੋਂ ਕੀ ਭਾਵ ਹੈ? ਬੋਧੀ ਭਿਕਸ਼ੂਆਂ ਦੇ ਸੰਗਠਨ। ਬੋਧੀ ਸੰਘ ਦਾ ਮੈਂਬਰ ਬਣਨ ਲਈ ਕਿੰਨੀ ਉਮਰ ਹੋਣੀ ਜ਼ਰੂਰੀ ਸੀ? 15 ਸਾਲ ਤੋਂ ਵੱਧ। ਕਿਹੜੇ ਲੋਕਾਂ ਨੂੰ ਬੋਧੀ ਸੰਘ ਦਾ ਮੈਂਬਰ ਬਣਨ ਦੀ ਇਜਾਜ਼ਤ ਨਹੀਂ ਸੀ? ਅਪਰਾਧੀਆਂ, ਰੋਗੀਆਂ, ਕਰਜ਼ਾਈਆਂ ਅਤੇ ਦਾਸਾਂ ਨੂੰ। ਬੋਧੀ ਸੰਘ ਵਿੱਚ ਸ਼ਾਮਿਲ ਹੋਣ ਲਈ ਭਿਕਸ਼ੂਆਂ ਨੂੰ ਕੀ ਕਰਨਾ ਪੈਂਦਾ ਸੀ? ਮੁੰਡਨ ਕਰਵਾ ਕੇ ਪੀਲੇ ਕੱਪੜੇ ਪਾਉਣੇ ਪੈਂਦੇ ਸਨ ਅਤੇ ਸਹੁੰ ਚੁੱਕਣੀ ਪੈਂਦੀ ਸੀ। ਸੰਘ ਦੇ ਮੈਂਬਰ ਨੂੰ ਕਿਹੜੇ 10 ਨਿਯਮਾਂ ਦੀ ਪਾਲਣਾ ਕਰਨੀ ਪੈਂਦੀ ਸੀ? ਦੇਖੋ ਪਹਿਲਾਂ ਤਾਂ ਆਪਾਂ ਤੁਹਾਨੂੰ ਪੜ੍ਹਾ ਕੇ ਵੀ ਹਟੀ ਹਾਂ। ਬ੍ਰਹਮਚਾਰਿਆ ਦੀ ਪਾਲਣਾ ਕਰਨਾ, ਜੀਵਾਂ ਨੂੰ ਕਸ਼ਟ ਨਾ ਦੇਣਾ, ਦੂਸਰਿਆਂ ਦੀ ਸੰਪત્ਤੀ ਦੀ ਇੱਛਾ ਨਾ ਕਰਨੀ, ਹਮੇਸ਼ਾ ਸੱਚ ਬੋਲਣਾ, ਨਸ਼ੀਲੀਆਂ ਵਸਤਾਂ ਦੀ ਵਰਤੋਂ ਨਾ ਕਰਨੀ, ਨਾਚ ਗਾਣੇ ਵਿੱਚ ਹਿੱਸਾ ਨਾ ਲੈਣਾ, ਸੁਗੰਧਿਤ ਵਸਤਾਂ ਦੀ ਵਰਤੋਂ ਨਾ ਕਰਨਾ, ਗੱਦੇਦਾਰ ਬਿਸਤਰੇ 'ਤੇ ਨਾ ਸੌਣਾ, ਆਪਣੇ ਕੋਲ ਧਨ ਨਾ ਰੱਖਣਾ, ਨਿਸ਼ਚਿਤ ਸਮੇਂ ਦੇ ਇਲਾਵਾ ਕਿਸੇ ਹੋਰ ਸਮੇਂ ਭੋਜਨ ਨਾ ਕਰਨਾ।
ਸੰਘ ਵਿੱਚ ਸ਼ਾਮਿਲ ਹੋਣ ਵਾਲੇ ਹਰ ਨਵੇਂ ਭਿਕਸ਼ੂ ਜਾਂ ਭਿਕਸ਼ੁਣੀ ਨੂੰ ਕਿੰਨੇ ਵਰ੍ਹੇ ਤੱਕ ਕਿਸੇ ਭਿਕਸ਼ੂ ਤੋਂ ਸਿੱਖਿਆ ਲੈਣੀ ਪੈਂਦੀ ਸੀ? 10 ਵਰ੍ਹੇ ਤੱਕ। ਸੰਘ ਦੇ ਮੈਂਬਰ ਆਪਣਾ ਗੁਜ਼ਾਰਾ ਕਿਵੇਂ ਕਰਦੇ ਸਨ? ਭਿੱਖਿਆ ਮੰਗ ਕੇ। ਬੋਧੀ ਭਿਕਸ਼ੂਆਂ ਵਿੱਚ ਮਤਭੇਦ ਕਦੋਂ ਪੈਦਾ ਹੋਏ? 387 ਈਸਵੀ ਪੂਰਵ ਵਿੱਚ ਵਿਸ਼ਾਲੀ ਦੀ ਸਭਾ ਦੇ ਵਿੱਚ। ਇਸ ਮਤਭੇਦ ਦੌਰਾਨ ਬੋਧੀ ਭਿਕਸ਼ੂ ਕਿੰਨੇ ਵਰਗਾਂ ਵਿੱਚ ਵੰਡੇ ਗਏ? 2 ਵਰਗਾਂ ਦੇ ਵਿੱਚ। ਪੂਰਬੀ ਦੇਸ਼ ਵਾਲੇ ਭਿਕਸ਼ੂ ਕਿਹਨਾਂ ਨੂੰ ਆਖਦੇ ਸਨ? ਵਿਸ਼ਾਲੀ ਅਤੇ ਪਾਟਲੀਪੁੱਤਰ ਵਿੱਚ ਰਹਿਣ ਵਾਲੇ ਭਿਕਸ਼ੂਆਂ ਨੂੰ। ਪੱਛਮੀ ਦੇਸ਼ ਵਾਲੇ ਭਿਕਸ਼ੂ ਕਿਹਨਾਂ ਨੂੰ ਆਖਦੇ ਸਨ? ਅਵੰਤੀ ਅਤੇ ਕੋਸਾਂਬੀ ਵਿੱਚ ਰਹਿਣ ਵਾਲੇ ਭਿਕਸ਼ੂਆਂ ਨੂੰ। ਇਸ ਸਭਾ ਵਿੱਚੋਂ ਕਿਹੜੇ ਭਿਕਸ਼ੂਆਂ ਨੂੰ ਕੱਢ ਦਿੱਤਾ ਗਿਆ ਸੀ? ਪੱਛਮੀ ਦੇਸ਼ਾਂ ਵਾਲੇ ਭਿਕਸ਼ੂਆਂ ਨੂੰ। ਪੱਛਮੀ ਦੇਸ਼ਾਂ ਵਾਲੇ ਭਿਕਸ਼ੂ ਕਿਹੜੀ ਸਾਖ ਦੇ ਸਨ? ਮਹਾਸੰਘਿਕਾ ਸਾਖ ਦੇ। ਮਹਾਸੰਘਿਕਾ ਸਾਖ ਨੇ ਆਪਣਾ ਪ੍ਰਚਾਰ ਕਿੱਥੇ ਕੀਤਾ? ਪਹਿਲਾਂ ਉੱਤਰੀ ਭਾਰਤ ਅਤੇ ਫਿਰ ਆਂਧਰਾ ਪ੍ਰਦੇਸ਼ ਦੇ ਵਿੱਚ। ਮਹਾਸੰਘਿਕਾ ਸਾਖ ਦੇ ਪ੍ਰਸਿੱਧ ਜਿਹੜੇ ਪ੍ਰਚਾਰ ਕੇਂਦਰ ਸੀ ਉਹ ਕਿਹੜੇ ਸਨ? ਅਮਰਾਵਤੀ ਅਤੇ ਨਾਗਾਰਜੁਨ ਕੌਂਡਾ। ਪੂਰਬੀ ਦੇਸ਼ਾਂ ਵਾਲੇ ਭਿਕਸ਼ੂਆਂ ਨੂੰ ਕਿਸ ਨਾਂ ਨਾਲ ਜਾਣਿਆ ਗਿਆ? ਥੇਰਾਵਾਦੀ। ਅਸ਼ੋਕ ਨੇ ਕਿਹਨਾਂ ਦਾ ਸਮਰਥਨ ਕੀਤਾ? ਥੇਰਾਵਾਦੀਆਂ ਦਾ। ਅਸ਼ੋਕ ਨੇ ਥੇਰਾਵਾਦੀਆਂ ਦੀ ਸਭਾ ਕਦੋਂ ਅਤੇ ਕਿੱਥੇ ਬੁਲਾਈ? 251 ਈਸਵੀ ਪੂਰਵ ਨੂੰ ਪਾਟਲੀਪੁੱਤਰ ਵਿਖੇ। ਥੇਰਾਵਾਦੀਆਂ ਦੀ ਇਸ ਸਭਾ ਵਿੱਚ ਕਿਹੜਾ ਗ੍ਰੰਥ ਲਿਖਿਆ ਗਿਆ? ਕਥਾਵਸਤੂ। ਬੁੱਧ ਧਰਮ ਦੀ ਚੌਥੀ ਮਹਾਸਭਾ ਕਦੋਂ ਬੁਲਾਈ ਗਈ? 1 ਸਦੀ ਈਸਵੀ ਪੂਰਵ ਦੇ ਵਿੱਚ। ਬੁੱਧ ਧਰਮ ਦੀ ਚੌਥੀ ਮਹਾਸਭਾ ਕਿਸਨੇ ਬੁਲਾਈ? ਕਨਿਸ਼ਕ ਨੇ। ਬੁੱਧ ਧਰਮ ਦੀ ਚੌਥੀ ਮਹਾਸਭਾ ਕਿੱਥੇ ਬੁਲਾਈ ਗਈ? ਕਸ਼ਮੀਰ ਦੇ ਵਿੱਚ। ਬੁੱਧ ਧਰਮ ਦੀ ਚੌਥੀ ਮਹਾਸਭਾ ਵਿੱਚ ਕਿਹੜੇ ਗ੍ਰੰਥ ਦੀ ਰਚਨਾ ਕੀਤੀ ਗਈ? ਮਹਾਵਿਭਾਸ਼। ਮਹਾਵਿਭਾਸ਼ ਵਿੱਚ ਕਿਸ ਦੇ ਸਿਧਾਂਤਾਂ ਨੂੰ ਦਰਜ ਕੀਤਾ ਗਿਆ ਹੈ? ਸਰਵਾਸਤੀਵਾਦਨ, ਯਾਨੀ ਕਿ ਥੇਰਾਵਾਦੀਆਂ ਦੀ ਇੱਕ ਸ਼ਾਖਾ ਸੀਗੀ, ਠੀਕ ਆ, ਉਹਨਾਂ ਨੂੰ। ਥੇਰਾਵਾਦੀਆਂ ਨੂੰ ਬਾਅਦ ਵਿੱਚ ਕਿਸ ਨਾਂ ਨਾਲ ਜਾਣਿਆ ਗਿਆ? ਹੀਣਯਾਨ। ਹੀਣਯਾਨੀਆਂ ਦੇ ਯਤਨਾਂ ਸਦਕਾ ਬੁੱਧ ਧਰਮ ਕਿੱਥੋਂ ਤੱਕ ਫੈਲ ਗਿਆ? ਸ਼੍ਰੀਲੰਕਾ ਅਤੇ ਬਰਮਾ ਵਿੱਚ। ਬੋਧਿਸਤਵ ਦੇ ਵਿਚਾਰ ਨਾਲ ਜੁੜੇ ਸੰਪਰਦਾਇ ਦਾ ਨਾਂ ਕੀ ਸੀ? ਮਹਾਯਾਨ। ਯਾਨ ਦਾ ਸ਼ਬਦਿਕ ਅਰਥ ਕੀ ਹੈ? ਮੁਕਤੀ ਪ੍ਰਾਪਤ ਕਰਨ ਦਾ ਇੱਕ ਤਰੀਕਾ। ਮਹਾਯਾਨ ਸ਼ਾਖਾ ਦੀ ਜਿਹੜੀ ਸਥਾਪਨਾ ਵਾ ਕਿਸ ਦੇ ਸਮੇਂ ਹੋਈ? ਕਨਿਸ਼ਕ ਦੇ ਸਮੇਂ। ਕਿਸ ਨੇ ਮਹਾਯਾਨੀਆਂ ਦੇ ਸਿਧਾਂਤਾਂ ਨੂੰ ਸਵੀਕਾਰ ਨਹੀਂ ਕੀਤਾ? ਹੀਣਯਾਨੀਆਂ ਨੇ। ਬੋਧੀਆਂ ਦੀ ਵੱਡੀ ਸ਼ਾਖਾ ਕਿਹੜੀ ਸੀ? ਮਹਾਯਾਨ। ਬੋਧੀਆਂ ਦੀ ਛੋਟੀ ਸ਼ਾਖਾ ਕਿਹੜੀ ਸੀ? ਹੀਣਯਾਨ। ਬੋਧਿਸਤਵ ਕਿਸ ਨੂੰ ਆਖਦੇ ਸਨ? ਉਹਨਾਂ ਮਾਣਯੋਗ ਬੋਧੀ ਆਗੂਆਂ ਨੂੰ ਕਹਿੰਦੇ ਸਨ ਜਿਨ੍ਹਾਂ ਨੇ ਆਤਮ ਤਿਆਗ ਦੁਆਰਾ ਪ੍ਰਸਿੱਧੀ ਪ੍ਰਾਪਤ ਕਰ ਲਈ ਪਰੰਤੂ ਅਜੇ ਨਿਰਵਾਣ ਦੀ ਪ੍ਰਾਪਤੀ ਨਹੀਂ ਕੀਤੀ ਸੀ। ਪ੍ਰਸਿੱਧ ਬੋਧੀ ਨਾਗਾਰਜੁਨ ਦਾ ਸੰਬੰਧ ਕਿਹੜੀ ਸ਼ਾਖਾ ਨਾਲ ਸੀ? ਮਹਾਯਾਨ ਨਾਲ। ਨਾਗਾਰਜੁਨ ਦਾ ਵਿਵਾਦ ਕਿਹੜੇ ਯੂਨਾਨੀ ਸ਼ਾਸਕ ਨਾਲ ਹੋਇਆ? ਮਿਨਾਂਡਰ ਨਾਲ। ਮਹਾਯਾਨੀਆਂ ਦੇ ਯਤਨਾਂ ਸਦਕਾ ਬੁੱਧ ਧਰਮ ਕਿੱਥੋਂ ਤੱਕ ਫੈਲ ਗਿਆ? ਚੀਨ, ਜਾਪਾਨ ਅਤੇ ਤਿੱਬਤ ਵਿੱਚ। ਕਿਹਨਾਂ ਨੇ ਮਹਾਤਮਾ ਬੁੱਧ ਅਤੇ ਬੋਧਿਸਤਵਾਂ ਦੀਆਂ ਮੂਰਤੀਆਂ ਬਣਾ ਕੇ ਪੂਜਾ ਕੀਤੀ? ਮਹਾਯਾਨੀਆਂ ਨੇ। 8ਵੀਂ ਸਦੀ ਵਿੱਚ ਬੁੱਧ ਧਰਮ ਦੀ ਕਿਹੜੀ ਸ਼ਾਖਾ ਹੋਂਦ ਵਿੱਚ ਆਈ? ਵਜਰਯਾਨ ਸ਼ਾਖਾ। ਵਜਰਯਾਨ ਸ਼ਾਖਾ ਕਿੱਥੇ ਹੋਂਦ ਵਿੱਚ ਆਈ? ਬੰਗਾਲ ਅਤੇ ਬਿਹਾਰ ਦੇ ਵਿੱਚ। ਵਜਰਯਾਨ ਸ਼ਾਖਾ ਕਿਸ ਨਾਲ ਜੁੜੀ ਹੋਈ ਸੀ? ਜਾਦੂ ਟੂਣਿਆਂ ਅਤੇ ਮੰਤਰਾਂ ਦੇ ਨਾਲ। ਵਜਰ ਕਿਸ ਨੂੰ ਕਿਹਾ ਜਾਂਦਾ ਸੀ? ਜਾਦੂਈ ਸ਼ਕਤੀਆਂ ਨੂੰ। ਦੇਖੋ ਇਹੀ ਸ਼ਾਖਾ ਸੀ ਜਿਹੜੀ ਅੱਗੇ ਜਾ ਕੇ ਬੁੱਧ ਧਰਮ ਦੇ ਪਤਨ ਦਾ ਕਾਰਨ ਬਣੀ ਆ। ਵਜਰਯਾਨ ਸ਼ਾਖਾ ਵਿੱਚ ਕਿਸ ਦਾ ਮਹੱਤਵ ਬਹੁਤ ਵੱਧ ਗਿਆ ਸੀ? ਦੇਵੀਆਂ ਦਾ। ਦੇਵੀਆਂ ਨੂੰ ਕੀ ਕਿਹਾ ਜਾਂਦਾ ਸੀ? ਤਾਰਾ। ਵਜਰਯਾਨ ਸ਼ਾਖਾ ਦੀ ਧਾਰਮਿਕ ਪੁਸਤਕ ਕਿਹੜੀ ਸੀ? ਮਹਾਨਿਰਵਾਣ ਤੰਤਰ। ਵਜਰਯਾਨ ਦੀ ਧਰਮ ਸੰਬੰਧੀ ਪੱਧਤੀ ਨੂੰ ਕੀ ਆਖਦੇ ਸਨ? ਤਾਂਤਰਿਕ। ਵਜਰਯਾਨ ਦਾ ਸਭ ਤੋਂ ਮਹੱਤਵਪੂਰਨ ਵਿਹਾਰ ਕਿਹੜਾ ਹੈ? ਬਿਹਾਰ ਵਿਖੇ ਵਿਕਰਮਸ਼ਿਲਾ। ਵਜਰਯਾਨ ਸ਼ਾਖਾ ਨੇ ਆਪਣੇ ਪੈਰੋਕਾਰਾਂ ਨੂੰ ਕੀ ਇਜਾਜ਼ਤ ਦਿੱਤੀ ਕਿ ਜਿਸ ਦੇ ਨਾਲ ਬੁੱਧ ਧਰਮ ਦਾ ਪਤਨ ਹੋ ਗਿਆ? ਦੇਖੋ ਉਹਨਾਂ ਨੇ ਪਰਮਿਸ਼ਨ ਦਿੱਤੀ ਹੋਈ ਸੀ ਭਿਕਸ਼ੂਆਂ ਨੂੰ, ਕਿਹੜੀ ਚੀਜ਼ ਦੀ? ਨਸ਼ੇ ਕਰਨ ਦੀ ਇਜਾਜ਼ਤ, ਮੀਟ ਖਾਣ ਦੀ ਇਜਾਜ਼ਤ, ਇਸਤਰੀਆਂ ਨਾਲ ਰੰਗ ਰਲੀਆਂ ਮਨਾਉਣ ਦੀ ਇਜਾਜ਼ਤ, ਜਿਹਦੇ ਕਰਕੇ ਬੁੱਧ ਧਰਮ ਦਾ ਪਤਨ ਹੋ ਗਿਆ ਅੱਗੇ ਚੱਲ ਕੇ। ਬੁੱਧ ਧਰਮ ਕਿਹੜੇ ਕਿਹੜੇ ਦੇਸ਼ਾਂ ਵਿੱਚ ਫੈਲ ਗਿਆ? ਚੀਨ, ਜਾਪਾਨ, ਸ਼੍ਰੀਲੰਕਾ, ਬਰਮਾ, ਥਾਈਲੈਂਡ, ਜਾਵਾ, ਕੰਬੋਡੀਆ, ਤਿੱਬਤ ਅਤੇ ਇੰਡੋਨੇਸ਼ੀਆ ਵਰਗੇ ਦੇਸ਼ਾਂ ਦੇ ਵਿੱਚ ਫੈਲ ਗਿਆ। ਬੁੱਧ ਧਰਮ ਦੇ ਪ੍ਰਸਾਰ ਵਿੱਚ ਕਿਹੜੀਆਂ ਯੂਨੀਵਰਸਿਟੀਆਂ ਦਾ ਬਹੁਤ ਯੋਗਦਾਨ ਸੀ? ਤਕਸ਼ਿਲਾ, ਨਲੰਦਾ ਅਤੇ ਗਿਆ ਆਦਿ ਬੋਧੀ ਯੂਨੀਵਰਸਿਟੀਆਂ ਦਾ ਯੋਗਦਾਨ ਰਿਹਾ।
ਕਿਹੜੇ ਸ਼ਾਸਕਾਂ ਨੇ ਆਪਣੇ ਯਤਨਾਂ ਸਦਕਾ ਬੁੱਧ ਧਰਮ ਨੂੰ ਵਿਦੇਸ਼ਾਂ ਵਿੱਚ ਫੈਲਾ ਦਿੱਤਾ? ਅਸ਼ੋਕ, ਕਨਿਸ਼ਕ ਅਤੇ ਹਰਸ਼ ਨੇ। ਕਿਹੜਾ ਸ਼ਾਸਕ ਬੁੱਧ ਧਰਮ ਦਾ ਕੱਟੜ ਵਿਰੋਧੀ ਸੀ? ਪੁਸ਼ਯਾਮਿੱਤਰ ਸੁੰਗ। ਕਿਹੜੇ ਸ਼ਾਸਕ ਨੇ ਹਜ਼ਾਰਾਂ ਬੋਧੀਆਂ ਨੂੰ ਕਤਲ ਕਰਵਾ ਕੇ ਬੋਧੀ ਮੱਠਾਂ ਨੂੰ ਤਬਾਹ ਕਰ ਦਿੱਤਾ? ਮੇਹਰਕੁਲ ਨੇ। ਬੋਧੀਆਂ ਨੇ ਕਿਹੜੀ ਭਾਸ਼ਾ ਦੀ ਪਵਿੱਤਰਤਾ ਦਾ ਖੰਡਨ ਕੀਤਾ? ਸੰਸਕ੍ਰਿਤ। ਬੁੱਧ ਧਰਮ ਦੇ ਮੁੱਖ ਗ੍ਰੰਥ ਕਿਹੜੇ ਹਨ? ਤ੍ਰਿਪਿਟਕ, ਜਾਤਕ, ਬੁੱਧ ਚਰਿਤ, ਸੌਂਦਰਿਆਨੰਦ। ਕਿਹੜੇ ਸ਼ਾਸਕਾਂ ਦੇ ਸਮੇਂ ਭਾਰਤ ਵਿੱਚ ਵੱਡੀ ਗਿਣਤੀ ਵਿੱਚ ਵਿਹਾਰਾਂ ਅਤੇ ਸਤੂਪਾਂ ਦਾ ਨਿਰਮਾਣ ਹੋਇਆ? ਅਸ਼ੋਕ ਅਤੇ ਕਨਿਸ਼ਕ ਦੇ ਸਮੇਂ। ਅਸ਼ੋਕ ਦੇ ਦੋ ਸੁੰਦਰ ਸਤੂਪ ਕਿਹੜੇ ਹਨ? ਸਾਂਚੀ ਦਾ ਸਤੂਪ, ਭਰਹੁਤ ਦਾ ਸਤੂਪ। ਕਨਿਸ਼ਕ ਦੇ ਸਮੇਂ ਕਿਹੜੀ ਕਲਾ ਦਾ ਵਿਕਾਸ ਹੋਇਆ? ਗੰਧਾਰ ਅਤੇ ਮਥੁਰਾ ਕਲਾ ਦਾ। ਬੁੱਧ ਧਰਮ ਦੇ ਅਨੁਸਾਰ ਚਿੱਤਰਕਲਾ ਦੇ ਖੇਤਰ ਵਿੱਚ ਹੋਏ ਵਿਕਾਸ ਦਾ ਅੰਦਾਜ਼ਾ ਕਿੱਥੋਂ ਲਗਾਇਆ ਜਾਂਦਾ ਹੈ? ਅਜੰਤਾ ਅਤੇ ਵਾਘ ਦੀਆਂ ਗੁਫਾਵਾਂ ਨੂੰ ਦੇਖ ਕੇ। ਇਸ ਦੇ ਨਾਲ ਹੀ ਮੇਰਾ ਅੱਜ ਦਾ ਜਿਹੜਾ ਇਹ ਟੌਪਿਕ ਆ ਖਤਮ ਹੁੰਦਾ। ਆਈ ਹੋਪ ਕਿ ਤੁਹਾਨੂੰ ਇਹ ਲੈਸਨ ਪਸੰਦ ਆਇਆ ਹੋਊਗਾ। ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਥੈਂਕ ਯੂ। ਮਿਲਦੇ ਹਾਂ ਨੈਕਸਟ ਵੀਡੀਓ 'ਚ।